ਪੰਜਾਬ ਦੇ ਵਿੱਚ ਪਟਵਾਰੀਆਂ ਦੀ ਯੂਨੀਅਨ ਸਭ ਤੋਂ ਸਟਰੋਂਗ ਯੂਨੀਅਨ ਹੈ। ਮੈਨੂੰ ਪਤਾ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਕੀ ਹੋ ਰਿਹਾ ਹੈ। ਇੰਡੀਵਿਜੂਅਲੀ ਤੁਸੀਂ ਤਹਿਸੀਲਾਂ ਦੇ ਵਿੱਚ ਜਾਓ, ਬਿਨਾਂ ਪੈਸੇ ਤੁਹਾਡਾ ਕੰਮ ਹੀ ਨਹੀਂ ਹੁੰਦਾ। ਡਿਸਪਾਈਟ ਦਾ ਫੈਕਟ ਕਿ ਬਹੁਤ ਚੀਜ਼ਾਂ ਆਨਲਾਈਨ ਹੋ ਚੁੱਕੀਆਂ ਨੇ। 2.5 ਲੱਖ ਵਾਲੇ ਸਰਕਾਰ ਦੇ ਕਰਮਚਾਰੀ ਕਲਮ ਛੋੜ ਹੜਤਾਲ ਕਰਾਂਗੇ ਕਹਿੰਦੇ। ਉਹ ਕਹਿੰਦੇ ਵੀ ਜਿਹੜੀ ਪੈਨ ਡਾਊਨ ਸਟ੍ਰਾਈਕ ਤੁਸੀਂ ਕਰ ਰਹੇ ਹੋ, ਕਲਮ ਰੱਖ ਰਹੇ ਹੋ, ਤੇ ਕਲਮ ਜੇ ਰੱਖ ਦੋਗੇ ਤਾਂ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਹੋਰ ਬਹੁਤ ਨੌਜਵਾਨ ਨੇ ਜੋ ਕਿ ਉਹ ਕਲਮ ਚੁੱਕਣ ਲਈ ਤਿਆਰ ਨੇ। ਬਹੁਤ ਸਖਤ ਸੁਨੇਹਾ ਭੇਜਿਆ ਹੈ। ਅੱਜ ਹੀ ਆਰਡਰ ਦਿੱਤਾ ਹੈ, ਹੜਤਾਲ ਕਰ ਲਓ, ਕਲਮ ਛੋੜ ਹੜਤਾਲ। ਹਾਂ, ਉਹ ਤੋਂ ਬਾਅਦ ਉਹ ਕਲਮ ਤੁਸੀਂ ਤਾਂ ਛੱਡ ਦੋਗੇ, ਉਹ ਤੋਂ ਬਾਅਦ ਉਹ ਕਲਮ ਕਿਹਨੂੰ ਦੇਣੀ ਹੈ ਇਹ ਫੈਸਲਾ ਸਰਕਾਰ ਕਰੂਗੀ। ਫਿਰ ਪਿਛਲੇ ਕਈ ਮਹੀਨਿਆਂ ਦੇ ਵਿੱਚ 2-3 ਅਜਿਹੇ ਘਟਨਾਵਾਂ ਹੋ ਚੁੱਕੀਆਂ ਨੇ ਜਦੋਂ ਕਿ ਮੁੱਖ ਮੰਤਰੀ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਇਸ ਬਿਊਰੋਕ੍ਰੇਸੀ ਨੇ ਕੀਤੀ ਹੈ, ਵਿਚ ਇਜ਼ ਅਨਫੇਅਰ। ਈਵਨ ਆਪਣੇ ਮੰਤਰੀਆਂ ਦੇ ਖਿਲਾਫ ਜਾਂ ਵਿਧਾਇਕਾਂ ਦੇ ਖਿਲਾਫ ਵੀ ਭਗਵੰਤ ਮਾਨ ਦੀ ਸਰਕਾਰ ਨੇ ਕਾਰਵਾਈ ਕੀਤੀ। ਲੇਕਿਨ ਵੱਡਾ ਇਸ਼ੂ ਇਸ ਵਕਤ ਹੈ ਕਿ ਮੁੱਖ ਮੰਤਰੀ ਇਸ ਫਾਈਟਿੰਗ ਅਗੇਂਸਟ ਕਰਪਸ਼ਨ। ਹੀ ਵਾਂਟਸ ਟੂ ਗਿਵ ਅ ਕਲੀਅਰ ਮੈਸੇਜ ਦੈਟ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ। ਉਹਨਾਂ ਨੇ ਬਹੁਤ ਸਖਤ ਸੁਨੇਹਾ ਦਿੱਤਾ ਹੈ ਕਿ ਅਸੀਂ ਐਸਮਾ ਲਗਾਤਾ ਹੈ, ਤੁਸੀਂ ਹੁਣ ਕਰਕੇ ਦਿਖਾਓ ਹੜਤਾਲਾਂ, ਫਿਰ ਤੁਹਾਨੂੰ ਅਸੀਂ ਬੰਦੇ ਬਣਾਵਾਂਗੇ। ਭਗਵੰਤ ਮਾਨ ਨੂੰ ਇੰਨਾ ਪਤਾ ਹੈ ਵੀ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਲੋਕਾਂ ਦੇ ਨਾਲ ਜਿੱਥੇ ਇੰਟਰਫੇਸ ਬਿਊਰੋਕ੍ਰੇਸੀ ਦਾ ਹੈ, ਉੱਥੇ ਜਿਹੜੀ ਕਰਪਸ਼ਨ ਹੈ, ਜੇ ਮੈਂ ਉਸ ਨੂੰ ਰੋਕ ਲੈਣਾ ਹੈ ਤਾਂ ਪਬਲਿਕ ਤੇ ਮਾਸਸ ਦੇ ਵਿੱਚ ਇੱਕ ਵੱਖਰਾ ਮੈਸੇਜ ਆਏਗਾ ਜੋ ਕਿ ਜਾ ਰਿਹਾ ਹੈ। ਸਰਕਾਰਾਂ ਕੋਈ ਆਈ ਜਾਣ ਜਾਈ ਜਾਣ, ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਪਤਾ ਸਾਡੀ ਦੁਕਾਨ ਚੱਲ ਰਹੀ ਹੈ। ਖਾਸ ਕਰਕੇ ਆ ਜਿਹੜੇ ਲੋਕ ਹੈਗੇ ਨੇ, ਇਹਨਾਂ ਦਾ ਕੰਮ ਚੱਲੀ ਜਾ ਰਿਹਾ। ਸੋ ਦੇ ਡੋਂਟ ਰੀਲੀ ਕੇਅਰ ਅ ਡੈਮ ਕਿ ਇੱਥੇ ਭਗਵੰਤ ਮਾਨ ਸੀਐਮ ਹੈ ਜਾਂ ਸੁਖਬੀਰ ਬਾਦਲ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਹੈ। ਲੋਕ ਦੁਖੀ ਹੋ ਕੇ ਇਹਨਾਂ ਨੂੰ ਐਵੇਂ ਨਹੀਂ 92 ਐਮਐਲਏ ਜਿਤਾ ਕੇ ਪੰਜਾਬ ਦੀ ਹਿਸਟਰੀ ਦੇ ਵਿੱਚ ਰਿਕਾਰਡ ਤੋੜ ਇਹਨਾਂ ਨੂੰ ਜਿੱਤ ਦਿੱਤੀ ਗਈ। ਐਂਡ ਵਾਈ? ਬਿਕੋਜ਼ ਪੀਪਲ ਵਰ ਨਾਟ ਰੈਡੀ ਟੂ ਬਰੂਕ ਆਲ ਦ ਇਨਕੰਪੀਟੈਂਟ ਪੀਪਲ ਹੂ ਵਰ ਦੇਅਰ। ਉਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਲਈ, ਨਹੀਂ ਕਰ ਪਾਏ। ਪੰਜਾਬ ਨੂੰ ਇੱਕ ਅਜਿਹੇ ਸਟੇਜ ਤੇ ਲਿਆ ਕੇ ਖੜਾ ਕਰਤਾ। ਮੈਂ ਖੁਦ ਇਸ ਚੀਜ਼ ਦਾ ਐਗਜ਼ਾਮਪਲ ਹੈ। ਮੇਰੇ ਸਾਹਮਣੇ ਅਸੀਂ ਅਫਸਰਾਂ ਨੂੰ ਰਿਸ਼ਵਤ ਮੰਗਦੇ ਹੋਏ ਤਹਿਸੀਲਾਂ ਦੇ ਵਿੱਚ ਦੇਖਿਆ। नमस्कार, आदाब, सत श्री अकाल। इस खास प्रोग्राम में आपका स्वागत है। अभिवादन स्वीकार कीजिए मणिमुख शर्मा का। पंजाब के मुख्यमंत्री भगवंत मान साहब के जो मुखालिफ है उनकी फहरिस्त लंबी होती जा रही है। नौकरशाही के साथ उनके पहले भी टकराव हो चुके हैं, लेकिन इस बार दो पंजाब के रेवेन्यू महकमे के दो यूनियंस, पटवारियों का और कानूनगों का, तकरीबन 2000 एम्प्लॉयज़ हैं इसमें। इन लोगों ने पेन डाउन स्ट्राइक का ऐलान किया है। एक उनके बंदे के ख़िलाफ़ करप्शन केस हो गया था, इसके चलते उन्होंने अपनी नाराज़गी ज़ाहिर की है कि स्टेट का जो एक्शन हुआ। लेकिन भगवंत मान साहब ने भी अब पलट वार कर दिया है। उन्होंने बोला है कि भाई अगर आप पेन डाउन स्ट्राइक पे चले जाएंगे तो फिर आपकी नौकरियां किसी और को दे दी जाएगी। ऐसा उन्होंने एक थ्रेटन किया है। एस्मा प्रोविजंस लागू करने का भी उन्होंने कहा है। क्या सिर्फ इतना ही है या इस पूरे सिचुएशन में बहुत सी और चीज़ें भी जुड़ी हुई हैं? इस बारे में आज बड़े डिटेल में बात करने के लिए मेरे साथ जुड़े हुए हैं मेरे सहयोगी रितेश लकी साहब। रितेश जी, आपका बहुत बहुत स्वागत है। धन्यवाद मन जी। तो क्या सिर्फ पटवारी और कानूनगो का ये विवाद है या फिर कुछ और भी आपको दिखता है? देखिए, ਫਿਲਹਾਲ ਤਾਂ ਪਟਵਾਰੀ ਤੇ ਕਾਨੂੰਗੋ ਜਿਹੜੀ ਇਹਨਾਂ ਦੀ ਜਥੇਬੰਦੀ ਹੈ, ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਯੂਨੀਅਨ ਸਭ ਤੋਂ ਸਟਰੋਂਗ ਯੂਨੀਅਨ ਹੈ। ਤੇ ਪਿਛਲੇ ਕਈ ਦਹਾਕਿਆਂ ਤੋਂ, ਸੈਵਰਲ ਡੈਕੇਡਸ ਤੋਂ ਇਹ ਯੂਨੀਅਨ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਇਹਨਾਂ ਦੇ ਕਰਿੰਦਿਆਂ ਦੇ ਖਿਲਾਫ, ਅਫਸਰਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ, ਲਾਮਬੰਦ ਹੋਣ ਦੇ ਵਿੱਚ ਬਹੁਤ ਮੋਹਰੀ ਰਹਿੰਦੀ ਹੈ। ਅੱਜ ਤੋਂ ਤਕਰੀਬਨ 12 ਸਾਲ ਪਹਿਲਾਂ ਇੱਕ ਮਾਮਲਾ ਆਇਆ ਸੀ ਜਦੋਂ ਕਿ ਤਤਕਾਲੀ ਜਿਹੜੇ ਡੀਜੀਪੀ ਸੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਸੁਮੇਧ ਸਿੰਘ ਸੈਣੀ, ਜੋ ਕਿ ਕਾਫੀ ਕੰਟਰੋਵਰਸ਼ੀਅਲ ਆਫਿਸਰ ਰਹੇ ਨੇ, ਸੋ ਉਹਨਾਂ ਦੇ ਸਮਿਆਂ ਦੇ ਉੱਤੇ ਵੀ ਇਹਨਾਂ ਦੇ ਕੁਝ ਅਧਿਕਾਰੀਆਂ ਦੇ ਖਿਲਾਫ ਕੇਸ ਰਜਿਸਟਰ ਹੋਏ। ਸਹੀ ਗਲਤ ਹੋਏ, ਇੱਕ ਵੱਖਰਾ ਇਸ਼ੂ ਸੀ, ਲੇਕਿਨ ਯੂਨੀਅਨ ਬਹੁਤ ਮਜ਼ਬੂਤੀ ਦੇ ਨਾਲ ਸਾਹਮਣੇ ਆਈ ਹੈ। ਤੇ ਇਹ ਮੰਨਿਆ ਜਾਂਦਾ ਕਿ ਸਰਕਾਰਾਂ ਨੂੰ ਜਾਂ ਪੋਲੀਟੀਕਲ ਤਾਕਤਾਂ ਨੂੰ ਝੁਕਾਉਣ ਦੇ ਵਿੱਚ ਜਾਂ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਪਟਵਾਰੀਆਂ ਦੀ ਯੂਨੀਅਨ ਬਹੁਤ ਮਜ਼ਬੂਤ ਰਹੀ ਹੈ। ਸੋ ਇੱਕ ਵਾਰ ਫਿਰ ਪਟਵਾਰੀ ਯੂਨੀਅਨ ਤੇ ਇਹਨਾਂ ਦੇ ਕਾਨੂੰਗੋ ਜਿਹੜੇ ਅਧਿਕਾਰੀ ਹੈਗੇ ਨੇ ਉਹ ਇਕੱਠੇ ਹੈਗੇ ਨੇ, ਲਾਮਬੰਦ ਹੋ ਗਏ ਨੇ। ਹੁਣ ਉਹ ਕਹਿ ਰਹੇ ਨੇ ਕਿ ਸੰਗਰੂਰ ਦੇ ਵਿੱਚ ਇੱਕ ਕਾਰਵਾਈ ਹੋਈ ਹੈ, ਲੇਕਿਨ ਇਹਨਾਂ ਦੀ ਮੰਗਾਂ ਕਈ ਹੈਗੀਆਂ ਨੇ। ਮੰਗਾਂ ਦੇ ਵਿੱਚ ਇਹ ਵਿਸ਼ਾ ਹਮੇਸ਼ਾ ਆਉਂਦਾ ਰਹਿ ਰਿਹਾ ਹੈ, ਕਿਉਂਕਿ ਸ਼ੁਰੂਆਤ ਚਲੋ ਹੁੰਦੀ ਹੈ ਦਰਅਸਲ ਦੇ ਵਿੱਚ ਭਗਵੰਤ ਮਾਨ ਜਦੋਂ ਅਸਿਊਮ ਕਰਦੇ ਨੇ ਆਫਿਸ, ਆਪਣਾ ਚੀਫ ਮਿਨਿਸਟਰ ਬਣਦੇ ਨੇ, ਤਾਂ ਪਹਿਲਾ ਜਿਹੜਾ ਉਹਨਾਂ ਦੀ ਅਨਾਉਂਸਮੈਂਟ ਹੁੰਦੀ ਹੈ ਉਹਦੇ ਵਿੱਚ ਹੀ ਇਸ ਪੂਰੀ ਦੀ ਪੂਰੀ ਸਮੱਸਿਆ ਦੀ ਜੜ ਜਿਹੜੀ ਹੈ, ਇਹ ਸਮੱਸਿਆ ਨਹੀਂ ਹੈ ਬਲਕਿ ਸਰਕਾਰ ਦੀ ਇੱਕ ਕਾਰਵਾਈ ਹੈ ਜਿਸ ਦੀ ਆਪੋਜੀਸ਼ਨ ਬਿਊਰੋਕ੍ਰੇਸੀ ਵੱਲੋਂ ਹੋ ਰਹੀ ਹੈ। ਤੇ ਅਫਸਰਸ਼ਾਹੀ ਆਪਾਂ ਜਾਣਦੇ ਹਾਂ ਕਿ ਇੱਕ ਬੜੀ ਵੱਡੀ ਭਾਗੀਦਾਰ ਹੁੰਦੀ ਹੈ ਉਸ ਕਰਪਸ਼ਨ ਦੇ ਵਿੱਚ। ਮੈਂ ਸਾਰੇ ਅਫਸਰਾਂ ਦੀ ਗੱਲ ਨਹੀਂ ਕਰਦਾ, ਲੇਕਿਨ ਅਫਸਰਸ਼ਾਹੀ, ਬਿਊਰੋਕ੍ਰੇਸੀ ਜਾਂ ਇਸ ਲੈਵਲ ਦੇ ਜਿਹੜੇ ਅਧਿਕਾਰੀ ਹੈਗੇ ਨੇ, ਸਾਰਿਆਂ ਨੂੰ ਪਤਾ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਕੀ ਹੋ ਰਿਹਾ। करप्शन तो सिस्टमिक ही बोलते हैं। सिस्टमिक है, लेकिन ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਇਹਦੇ ਵਿੱਚ ਤਾਂ ਇੰਨੀ ਜ਼ਿਆਦਾ ਕਰਪਸ਼ਨ ਹੈ। ਮੈਂ ਵਿਅਕਤੀਗਤ ਤੌਰ ਦੇ ਉੱਤੇ ਤੇ ਆਪਾਂ ਇੰਡੀਵਿਜੂਅਲੀ ਤੁਸੀਂ ਤਹਿਸੀਲਾਂ ਦੇ ਵਿੱਚ ਜਾਓ, ਬਿਨਾਂ ਪੈਸੇ ਤੁਹਾਡਾ ਕੰਮ ਹੀ ਨਹੀਂ ਹੁੰਦਾ। ਡਿਸਪਾਈਟ ਦਾ ਫੈਕਟ ਕਿ ਬਹੁਤ ਚੀਜ਼ਾਂ ਆਨਲਾਈਨ ਹੋ ਚੁੱਕੀਆਂ ਨੇ, ਪੇਮੈਂਟਸ ਆਨਲਾਈਨ ਹੋ ਚੁੱਕੀਆਂ ਨੇ, ਲੇਕਿਨ ਡਿਸਪਾਈਟ ਦੈਟ ਉਹਦੇ ਪੂਰਾ ਦਾ ਪੂਰਾ ਕਰਪਸ਼ਨ ਦਾ ਇੱਕ
ਫਨਲ ਹੁੰਦਾ ਨਾ, ਇੱਕ ਸਿਸਟਮ ਬਣਿਆ ਹੋਇਆ ਹੈ। क्या पेटीएम के जरिए भी लोग लेते हैं? ਨਹੀਂ ਆਨਲਾਈਨ ਨਹੀਂ ਲੈਂਦੇ, ਲੇਕਿਨ घूस ਕੁੰਡੀਆਂ ਹੈਗੀਆਂ ਨੇ, ਠੀਕ ਹੈ ਨਾ, ਕੁੰਡੀਆਂ ਹੈਗੀਆਂ ਨੇ ਤੇ ਸਭ ਨੂੰ ਪਤਾ ਹੈ। ਦਿੱਕਤ ਇਹ ਹੈ ਕਿ ਇਸ ਵਕਤ ਜੋ ਭਗਵੰਤ ਮਾਨ ਨੇ ਹੁਣ ਜਿਹੜਾ ਪਿੱਛੇ ਆਪਾਂ ਉਹਨਾਂ ਦੀ ਤਸਵੀਰ ਵੀਡੀਓ ਦੇਖ ਰਹੇ, ਇਸ ਵਿੱਚ ਉਹਨਾਂ ਨੇ ਬਹੁਤ ਸਖਤ ਸੁਨੇਹਾ ਦਿੱਤਾ ਹੈ। ਉਹ ਕਹਿੰਦੇ ਵੀ ਜਿਹੜੀ ਪੈਨ ਡਾਊਨ ਸਟ੍ਰਾਈਕ ਤੁਸੀਂ ਕਰ ਰਹੇ ਹੋ, ਕਲਮ ਰੱਖ ਰਹੇ ਹੋ, ਤੇ ਕਲਮ ਜੇ ਰੱਖ ਦੋਗੇ ਤਾਂ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਹੋਰ ਬਹੁਤ ਨੌਜਵਾਨ ਨੇ ਜੋ ਕਿ ਉਹ ਕਲਮ ਚੁੱਕਣ ਲਈ ਤਿਆਰ ਨੇ। ਬਹੁਤ ਸਖਤ ਸੁਨੇਹਾ ਭੇਜਿਆ ਹੈ। ਐਸਮਾ ਲਾਗੂ ਕਰਤਾ ਗਿਆ ਹੈ, ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ, ਤਾਂ ਕਿ ਅਕਤੂਬਰ 31 ਤੱਕ ਕੋਈ ਸਰਕਾਰੀ ਕਰਮਚਾਰੀ ਹੜਤਾਲ ਤੇ ਨਾ ਜਾ ਸਕੇ, ਤੇ ਜੇ ਉਹਨੇ ਹੜਤਾਲ ਤੇ ਜਾਂਦੇ ਨੇ ਵਿਚ ਮੀਨਸ ਕਿ ਇਹਨਾਂ ਦੀ ਨੌਕਰੀਆਂ ਖਤਰੇ 'ਚ ਆ ਜਾਣਗੀਆਂ। ਸੋ ਇਸ ਤਰੀਕੇ ਦਾ ਜਿਹੜਾ ਮੁੱਖ ਮੰਤਰੀ ਨੇ ਟਵੀਟ ਕਰਕੇ ਬਿਆਨ ਦੇ ਕੇ ਸਖਤੀ ਦੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪਿਛਲੇ ਕਈ ਮਹੀਨਿਆਂ ਦੇ ਵਿੱਚ 2-3 ਅਜਿਹੇ ਘਟਨਾਵਾਂ ਹੋ ਚੁੱਕੀਆਂ ਨੇ ਜਦੋਂ ਕਿ ਮੁੱਖ ਮੰਤਰੀ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਇਸ ਬਿਊਰੋਕ੍ਰੇਸੀ ਨੇ ਕੀਤੀ ਹੈ, ਵਿਚ ਇਜ਼ ਅਨਫੇਅਰ। ਪਹਿਲਾਂ ਵੀ ਇਸ ਤੋਂ ਪਹਿਲਾਂ ਪੀਸੀਐਸ ਅਫਸਰ ਇਕੱਠੇ ਹੋ ਗਏ, ਪੀਸੀਐਸ ਅਫਸਰ ਦੀ ਐਸੋਸੀਏਸ਼ਨ ਇਕੱਠੀ ਹੋ ਗਈ, ਕਿਉਂਕਿ ਇੱਕ ਆਰਟੀਏ ਸੀਗਾ ਨਰਿੰਦਰ ਧਾਲੀਵਾਲ ਲੁਧਿਆਣਾ ਦੇ ਵਿੱਚ, ਰੀਜਨਲ ਜਿਹਨੂੰ ਟਰਾਂਸਪੋਰਟ ਅਥਾਰਟੀ ਕਹਿੰਦੇ ਨੇ, ਉਹਦੇ ਖਿਲਾਫ ਇੱਕ ਕੇਸ ਰਜਿਸਟਰ ਹੋ ਜਾਂਦਾ ਹੈ। ਤੇ ਉਸ ਅਫਸਰ ਦੇ ਚੱਕਰ ਦੇ ਵਿੱਚ, ਉਸ ਅਫਸਰ ਦੇ ਹਿਮਾਇਤ ਦੇ ਵਿੱਚ ਹੁਣ ਦੇਖੋ ਭ੍ਰਸ਼ਟਾਚਾਰ ਤੇ ਕਰਪਸ਼ਨ ਦੇ ਕੇਸਿਸ ਰਜਿਸਟਰ ਹੁੰਦੇ ਨੇ ਤੇ ਸਾਰੇ ਦੇ ਸਾਰੇ ਅਫਸਰ ਉਹਦੇ ਨਾਲ ਲਾਮਬੰਦ ਹੋ ਜਾਂਦੇ ਨੇ। ਉਸ ਤੋਂ ਬਾਅਦ ਪੰਜਾਬ ਦੀ ਇੱਕ ਸੀਨੀਅਰ ਆਈਐਸ ਆਫਿਸਰ ਨੀਲਿਮਾ 2008 ਬੈਚ ਦੀ ਇੱਕ ਘੁਟਾਲਾ ਹੋਇਆ, ਪਲਾਟ ਦੀ ਗਲਤ ਵੰਡ ਕੀਤੀ ਗਈ, ਉਸ ਦੇ ਵਿੱਚ ਹਰ ਪੱਧਰ ਦੇ ਅਫਸਰਾਂ ਨੂੰ ਟੰਗਿਆ। ਵਿਜੀਲੈਂਸ ਬਿਊਰੋ ਨੇ ਇਨਵੈਸਟੀਗੇਸ਼ਨ ਕਰਕੇ ਤਕਰੀਬਨ ਦਰਜਨ ਦੇ ਆਸ-ਪਾਸ ਆਫਿਸਰਸ, ਜਿਸ ਦੇ ਵਿੱਚ ਹਰ ਲੈਵਲ ਦੇ ਆਫਿਸਰ ਸੀ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਦੇ, ਤੇ ਉਹਦੀ ਜਿਹੜੀ ਐਮਡੀ ਸੀ ਉਸ ਵਕਤ ਤਤਕਾਲੀ ਨੀਲਿਮਾ ਆਈਐਸ ਆਫਿਸਰ, ਉਹਨੂੰ ਬੁੱਕ ਕਰਤਾ ਉਸ ਕੇਸ ਦੇ ਵਿੱਚ। ਸੋ ਆਈਐਸ ਅਫਸਰ ਇਕੱਠੇ ਹੋ ਗਏ ਤੇ ਮੁੱਖ ਮੰਤਰੀ ਦੇ ਨਾਲ ਮਿਲੇ। ਹੁਣ ਆਈਐਸ ਅਫਸਰ ਇਸ ਤਰੀਕੇ ਦੀ ਯੂਨੀਅਨਬਾਜ਼ੀ 'ਚ ਨਹੀਂ ਆਉਂਦੇ, ਲੇਕਿਨ ਪੀਸੀਐਸ ਅਫਸਰ, ਪਟਵਾਰੀ ਤੇ ਕਾਨੂੰਗੋ, ਇਹ ਲੋਕ ਯੂਨੀਅਨਬਾਜ਼ੀ ਦੇ ਵਿੱਚ ਤੇਜ਼ ਨੇ। ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਯੂਨੀਅਨ ਪਟਵਾਰੀਆਂ ਦੀ ਤੇ ਕਾਨੂੰਗੋ ਦੀ ਮਜ਼ਬੂਤ ਯੂਨੀਅਨ ਹੈ। ਸੋ ਯੂਨੀਅਨ ਨੂੰ ਲੱਗਦਾ ਕਿ ਅਸੀਂ ਝੁਕਾ ਲਾਂਗੇ ਸਰਕਾਰ ਦੇ, ਕਿਉਂਕਿ ਸਭ ਨੂੰ ਪਤਾ ਵੀ ਇਹ ਲੋਕ ਕਿਵੇਂ ਆਪਰੇਟ ਕਰਦੇ ਨੇ। ਦੇਖੋ, ਮੈਂ ਬਾਰ-ਬਾਰ ਇਹ ਕਹਿੰਦਾ ਵੀ ਅਸੀਂ ਕਿਸੇ ਪਾਰਟਿਕੂਲਰ ਵਰਗ ਵਿਸ਼ੇਸ਼ ਦੇ ਉੱਤੇ ਤਹਿਮਤ ਨਹੀਂ ਲਾਉਂਦੇ ਕਿ ਉਹ ਕਰਪਸ਼ਨ ਦੇ ਵਿੱਚ ਇਨਵੋਲਵ ਨੇ, ਲੇਕਿਨ ਤਹਿਸੀਲਾਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਕਰਪਸ਼ਨ ਹੁੰਦੀ ਹੈ, ਲੋਕ ਤਾਂ ਮਹਿਸੂਸ ਕਰਦੇ ਨੇ। ਪੰਜਾਬ ਦੇ ਵਿੱਚ ਤੁਸੀਂ ਟੀਵੀ ਤੇ ਬਹਿ ਕੇ ਜਾਂ ਕੋਈ ਮੰਚ ਦੇ ਉੱਤੇ ਮੁੱਖ ਮੰਤਰੀ ਕਹਿ ਦੇਣ ਵੀ ਉਹਨਾਂ ਦਾ ਪ੍ਰਸ਼ਾਸਨ ਦੇ ਵਿੱਚ ਸਭ ਕੁਝ ਭ੍ਰਸ਼ਟਾਚਾਰ ਮੁਕਤ ਹੋ ਗਿਆ, ਇਹ ਲੋਕਾਂ ਨੂੰ ਤਾਂ ਦਿਸਦਾ ਹੀ ਹੈ ਨਾ। ਜਦੋਂ ਤੁਸੀਂ ਤਹਿਸੀਲ ਦੇ ਵਿੱਚ ਆਪਣੀ ਰਜਿਸਟਰੀ ਕਰਾਉਣ ਜਾਣਾ, ਤੁਸੀਂ ਕੋਈ ਛੋਟੇ-ਮੋਟੇ ਕੰਮ ਜਾਣਾ, ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਨੇ, ਰਿਸ਼ਵਤਾਂ ਮੰਗੀਆਂ ਜਾਂਦੀਆਂ ਨੇ, ਤੇ ਇਹ ਸਾਲਾਂ ਤੋਂ ਚੱਲਿਆ ਆ ਰਿਹਾ ਕੰਮ, ਪਹਿਲਾਂ ਹੀ ਇਸ ਸਰਕਾਰ ਦੇ ਵਕਤ ਨਹੀਂ। ਸੋ ਜਦੋਂ ਮੁੱਖ ਮੰਤਰੀ ਇੱਕ ਓਪਨ, ਜਿਸ ਨੂੰ ਕਹਿ ਸਕਦੇ ਕਿ ਹੌਟਲਾਈਨ ਖੋਲਤੀ ਉਹਨਾਂ ਨੇ, ਕਰਪਸ਼ਨ ਦੇ ਖਿਲਾਫ, ਭ੍ਰਸ਼ਟਾਚਾਰ ਦੇ ਖਿਲਾਫ ਇੱਕ ਟੈਲੀਫੋਨ ਲਾਈਨ ਸ਼ੁਰੂ ਕਰਤੀ ਵੀ ਤੁਸੀਂ ਇਸ ਟੈਲੀਫੋਨ ਲਾਈਨ ਦੇ ਉੱਤੇ, WhatsApp ਦੇ ਉੱਤੇ ਤੁਸੀਂ ਵੀਡੀਓਜ਼ ਬਣਾਓ, ਲੋਕਾਂ ਦੀ ਜਿਹੜੇ ਕਰਪਸ਼ਨ ਕਰਦੇ ਨੇ, ਅਫਸਰਾਂ ਦੀ ਵੀਡੀਓ ਬਣਾਓ, ਕਰਪਸ਼ਨ ਲੈਂਦੇ ਦੀ, ਸਾਨੂੰ ਭੇਜੋ, ਅਸੀਂ ਪੜਤਾਲ ਕਰਾਂਗੇ, ਜਾਂਚ ਕਰਾਂਗੇ। ਦੋ ਇਟ ਵਾਜ਼ ਮਤਲਬ ਉਹ ਜਿਵੇਂ ਕਹਿੰਦੇ ਵੀ ਸਰਕਾਰ ਨੇ ਵਧਾ ਚੜਾ ਕੇ ਉਸ ਨੂੰ ਪੇਸ਼ ਵੀ ਕੀਤਾ, ਲੇਕਿਨ ਉਸ ਦੇ ਨਾਲ ਕੰਮ ਹੋਣਾ ਸ਼ੁਰੂ ਵੀ ਹੋਇਆ। ਲੋਕਾਂ ਨੇ ਸ਼ਿਕਾਇਤਾਂ ਭੇਜੀਆਂ, ਬੇਸ਼ੱਕ ਉਸ ਉੱਤੇ ਕਾਰਵਾਈ ਘੱਟ ਹੋਈ, ਲੇਕਿਨ ਅਫਸਰਸ਼ਾਹੀ ਦੀਆਂ ਦਿੱਕਤਾਂ ਵੱਧ ਗਈਆਂ। ਡੇ 1 ਤੋਂ ਹੀ ਸਰਕਾਰ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਭਗਵੰਤ ਮਾਨ ਸਰਕਾਰ ਦੀ ਹੈ, ਉਹ ਅਫਸਰਸ਼ਾਹੀ ਦੇ ਨਾਲ ਇੱਕ ਅਣਕਹੇ ਜਿਹੇ ਵਿਵਾਦ ਦੇ ਵਿੱਚ ਆ ਗਈ ਸੀ, ਇੱਕ ਕਨਫਰੰਟੇਸ਼ਨ ਸੀ, ਦਿਸ ਵਾਜ਼ ਅ ਕਨਫਲਿਕਟ ਆਫ ਇੰਟਰਸਟ, ਜਿਸ ਨੂੰ ਕਦੇ ਵੀ ਕੋਈ ਓਵਰ ਦ ਬੋਰਡ ਐਕਸੈਪਟ ਨਹੀਂ ਕਰੇਗਾ। ਲੇਕਿਨ ਉਹ ਜਿਵੇਂ ਘਟਨਾਵਾਂ ਹੁੰਦੀਆਂ ਗਈਆਂ, ਹੁਣ ਪੰਜਾਬ ਵਿਜੀਲੈਂਸ ਬਿਊਰੋ ਦਾ ਬੜਾ ਇੰਪੋਰਟੈਂਟ ਰੋਲ ਇੱਥੇ ਆ ਜਾਂਦਾ ਹੈ, ਚੌਕਸੀ ਵਿਭਾਗ, ਸਤਰਕਤਾ ਵਿਭਾਗ, ਤੇ ਸਾਬਕਾ ਮੰਤਰੀਆਂ ਨੂੰ ਬਹੁਤ ਨੂੰ ਗ੍ਰਿਫਤਾਰ ਕੀਤਾ ਗਿਆ ਕਰਪਸ਼ਨ ਦੇ ਬਹੁਤ ਕੇਸਿਸ ਦੇ ਵਿੱਚ। ਈਵਨ ਆਪਣੇ ਮੰਤਰੀਆਂ ਦੇ ਖਿਲਾਫ ਜਾਂ ਵਿਧਾਇਕਾਂ ਦੇ ਖਿਲਾਫ ਵੀ ਭਗਵੰਤ ਮਾਨ ਦੀ ਸਰਕਾਰ ਨੇ ਕਾਰਵਾਈ ਕੀਤੀ। ਕਈ ਕੇਸਾਂ ਦੇ ਵਿੱਚ ਕਿਉਂਕਿ ਇਲੈਕਸ਼ਨ ਸਾਹਮਣੇ ਸੀ ਤਾਂ ਖੁਦ ਵੱਧ ਚੜ ਕੇ ਪਹਿਲਾਂ ਹੀ ਕਰ ਲਈ। ਕਈ ਕੇਸਾਂ ਦੇ ਵਿੱਚ ਉਹਨਾਂ ਨੇ ਥੋੜਾ ਡੀਲੇ ਦੇ ਨਾਲ ਕੀਤੀ, ਆਪੋਜੀਸ਼ਨ ਨੇ ਪ੍ਰੈਸ਼ਰ ਬਣਾਇਆ, ਕੁਝ ਉਹਨਾਂ ਦੇ ਮੰਤਰੀਆਂ ਨੂੰ ਆਪਣੇ ਜਿਹੜੇ ਪੋਰਟਫੋਲੀਓ ਛੱਡਨੇ ਪਏ, ਅਹੁਦੇ ਛੱਡਨੇ ਪਏ, ਮਿਨਿਸਟਰੀ ਛੱਡਣੀ ਪਈ, ਕੈਬਨਿਟ ਛੱਡਣੀ ਪਈ। ਸੋ ਵਿਰੋਧੀ ਧਿਰਾਂ ਦੇ ਖਿਲਾਫ, ਕਾਂਗਰਸ ਦੇ ਬਹੁਤ ਸੇ ਸਾਬਕਾ ਮੰਤਰੀਆਂ ਦੇ ਖਿਲਾਫ ਵਿਜੀਲੈਂਸ ਜਾਂਚਾਂ ਖੁੱਲੀਆਂ, ਵਿਜੀਲੈਂਸ ਬਿਊਰੋ ਨੇ ਕੇਸ ਰਜਿਸਟਰ ਕੀਤੇ, ਜੇਲ੍ਹਾਂ ਵਿੱਚ ਗਏ। ਓਪੀ ਸੋਨੀ ਵਰਗੇ, ਭਰਤ ਭੂਸ਼ਣ ਆਸ਼ੂ ਵਰਗੇ ਜਿਹੜੇ ਕਾਂਗਰਸ ਦੇ ਮਿਨਿਸਟਰ ਸਨ, ਹੋਰ ਜਿਹੜੇ ਅਕਾਲੀ ਦਲ ਦੇ ਸਮੇਂ ਤੇ ਕੁਝ ਘੁਟਾਲੇ ਹੋਏ, ਉਹਨਾਂ ਦੀ ਪੜਤਾਲਾਂ ਵੀ ਹੋਈਆਂ। ਬਹੁਤ ਸੇ ਲੋਕਾਂ ਨੂੰ ਵਿਜੀਲੈਂਸ ਬਿਊਰੋ ਨੇ, ਹੁਣ ਵਿਜੀਲੈਂਸ ਬਿਊਰੋ ਨੇ ਆਪਣੇ ਹਿਸਾਬ ਦੇ ਨਾਲ ਪੂਰਾ ਦਾ ਪੂਰਾ ਸਟੈਪ ਅਪ ਕਰਤਾ, ਟੌਪ ਗੇਅਰ ਤੇ ਆ ਗਿਆ। ਭਗਵੰਤ ਮਾਨ ਨੇ ਕਹਿਤਾ ਵੀ ਹੱਲਾ ਸ਼ੇਰੀ ਚੱਕ ਦੋ ਫਟੇ, ਤੇ ਉਹ ਚੱਕੇ। ਹੁਣ ਉਹਦੇ ਵਿੱਚ ਇਹ ਜਿਹੜੇ ਅਫਸਰ ਹੈਗੇ ਨੇ, ਜਿਹੜੇ ਮਿਡਲ ਲੈਵਲ ਦੇ ਜਾਂ ਲੋਅਰ ਰੰਗ ਦੀ ਬਿਊਰੋਕ੍ਰੇਸੀ ਹੈ, ਜਿਸ ਨੇ ਕਿ ਐਕਚੁਅਲ ਦੇ ਵਿੱਚ ਸਤਹੀ ਪੱਧਰ ਉੱਤੇ ਕੰਮ ਕਰਨਾ ਹੈ, ਤੇ ਉਹ ਹੀ ਲੋਕ ਨੇ ਜਿੱਥੇ ਕਿ ਕਰਪਸ਼ਨ ਦਾ ਪਹਿਲਾ ਇੰਟਰਫੇਸ ਹੁੰਦਾ ਵਿਦ ਦਾ ਆਰਡੀਨਰੀ ਪੀਪਲ। ਹੁਣ ਉੱਥੇ ਜੇ ਵਿਜੀਲੈਂਸ ਬਿਊਰੋ ਕੋਈ ਜਾਂਚ ਕਰਦੀ ਹੈ, ਕਾਰਵਾਈ ਕਰਦੀ ਹੈ, ਤੁਸੀਂ ਕਹੋ ਜੀ ਵਿਜੀਲੈਂਸ ਬਿਊਰੋ ਧੱਕਾ ਕਰ ਰਿਹਾ, ਤਾਂ ਇਹ ਤਾਂ ਪਹਿਲਾਂ ਵੀ ਰੌਲਾ ਸੀਗਾ। ਜਦੋਂ ਕਿਸੇ ਵਿਅਕਤੀ ਦੇ ਖਿਲਾਫ, ਅਫਸਰ ਦੇ ਖਿਲਾਫ ਕਾਰਵਾਈ ਹੋਈ, ਤਾਂ ਪਟਵਾਰੀ ਯੂਨੀਅਨ ਕੱਲੀ ਯੂਨੀਅਨ ਹੈ ਜਿਹੜੀ ਕਿ ਇਕੱਠੀ ਹੋ ਕੇ ਆ ਜਾਂਦੀ ਹੈ। ਜਾਂ ਇਸੇ ਤਰੀਕੇ ਦੇ ਮਾਲ ਵਿਭਾਗ, ਰੈਵਨਿਊ ਡਿਪਾਰਟਮੈਂਟ ਇਜ਼ ਦ ਓਨਲੀ ਡਿਪਾਰਟਮੈਂਟ ਜਿਹਦੀ ਯੂਨੀਅਨ ਐਡੀ ਮਜ਼ਬੂਤ ਹੈ ਕਿ ਉਹ ਕੰਮ ਬੰਦ ਕਰ ਦਿੰਦੇ ਨੇ। ਲੋਕਾਂ ਦੀ ਤਹਿਸੀਲਾਂ ਦੇ ਵਿੱਚ ਤੁਸੀਂ ਦੇਖੋ ਨਾ, ਕੰਮ ਰੁਕ ਜਾਏਗਾ ਹੁਣ, ਤੇ ਸਰਕਾਰ ਲਈ ਦਿੱਕਤਾਂ ਖੜੀਆਂ ਹੋਣਗੀਆਂ। ਪ੍ਰੈਸ਼ਰ ਇਹੀ ਹੈ, ਪਹਿਲਾਂ ਵੀ ਬਹੁਤ ਥਾਂ ਦੇ ਉੱਤੇ ਇੱਦਾਂ ਹੋਇਆ ਹੈ, ਕਈ ਥਾਂ ਦੇ ਉੱਤੇ ਇਹਨਾਂ ਦੇ ਐਮਐਲਏਜ਼ ਵੀ ਕਨਫਰੰਟੇਸ਼ਨ ਵਿੱਚ ਆਏ ਨੇ। ਰੋਪੜ ਦਾ ਹੁਣ ਰੀਸੈਂਟ ਕੇਸ ਸੀ ਜਿਸ ਵਿੱਚ ਕਿ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ
ਐਮਐਲਏ ਸੀ, ਉਹਨਾਂ ਨੇ ਕੋਈ ਗੱਲ ਕੀਤੀ, ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋ ਗਏ ਉੱਥੇ ਲੋਕਲ ਤਹਿਸੀਲ ਲੈਵਲ ਦੇ ਉੱਤੇ। ਸੋ ਉਹਨਾਂ ਨੂੰ ਝੁਕਾਇਆ ਇੱਕ ਤਰੀਕੇ ਨਾਲ ਆਪਣੇ ਸਾਹਮਣੇ। ਲੇਕਿਨ ਵੱਡਾ ਇਸ਼ੂ ਇਸ ਵਕਤ ਹੈ ਕਿ ਮੁੱਖ ਮੰਤਰੀ ਇਸ ਫਾਈਟਿੰਗ ਅਗੇਂਸਟ ਕਰਪਸ਼ਨ, ਹੀ ਵਾਂਟਸ ਟੂ ਗਿਵ ਅ ਕਲੀਅਰ ਮੈਸੇਜ ਦੈਟ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ। ਹੁਣ ਇਹ ਲੋਕਾਂ ਦੀ ਜਿਹੜੇ ਤਕਲੀਫਾਂ ਹੈਗੀਆਂ ਨੇ, ਜਿਹੜੇ ਗ੍ਰੀਵਾਂਸਿਸ ਹੈਗੇ ਨੇ, ਜਾਂ ਜੋ ਵੀ ਜੇ ਇਹਨਾਂ ਨੂੰ ਲੱਗਦਾ ਕਿਸੇ ਅਫਸਰ ਦੇ ਨਾਲ ਧੱਕਾ ਹੋਇਆ ਦਾ ਕੋਈ ਤਰੀਕਾ ਹੈ, ਲੇਕਿਨ ਅਸੀਂ ਪੈਨ ਡਾਊਨ ਸਟ੍ਰਾਈਕ ਕਰ ਦਾਂਗੇ, ਲਾਮਬੰਦ ਹੋ ਕੇ ਮੋਬਿਲਾਈਜ਼ ਕਰਕੇ ਇੱਕ ਸੁਨਿਯੋਜਿਤ ਤਰੀਕੇ ਦੇ ਨਾਲ, ਜਿਵੇਂ ਸਰਕਾਰ ਦੇ ਕਹਿੰਦੇ ਵੀ ਧੌਣ 'ਚ ਗੋਡਾ ਰੱਖਣ ਦੀ ਗੱਲ ਕਰ ਰਹੇ ਨੇ, ਉਹ ਪਹਿਲਾਂ ਦੀਆਂ ਸਰਕਾਰਾਂ ਦੇ ਵਕਤ ਚੱਲਦਾ ਸੀ। ਲੇਕਿਨ ਭਗਵੰਤ ਮਾਨ ਇਸ ਵਕਤ ਬਹੁਤ ਹੀ ਸਟਰੋਂਗ ਨਜ਼ਰ ਆਏ ਨੇ। ਤੇ ਜਨਵਰੀ ਦੇ ਵਿੱਚ ਜਦੋਂ ਕਨਫਰੰਟੇਸ਼ਨ ਹੋਈ, ਜਦੋਂ PCS ਅਫਸਰ ਜਿਹੜਾ ਸੀ ਨਰਿੰਦਰ ਧਾਲੀਵਾਲ RTA, ਜਦੋਂ ਉਸ ਨੂੰ ਫੜਿਆ ਗਿਆ ਜਾਂ ਉਸ ਦੇ ਉੱਤੇ ਕਾਰਵਾਈ ਕੀਤੀ ਗਈ, ਉਸ ਵਕਤ ਮੁੱਖ ਮੰਤਰੀ ਦੀ ਮੁਖਾਲਫਤ ਵੀ ਹੋਈ ਤੇ ਇਹ ਅਫਸਰਾਂ ਨੇ ਲੌਬੀ ਕਰਕੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਲੇਕਿਨ ਚੀਫ ਮਿਨਿਸਟਰ ਇਮਰਜਡ ਸਕਸੈਸਫੁਲ। ਉਹਨਾਂ ਨੂੰ ਝੁਕਾਉਣ ਦੇ ਵਿੱਚ ਤੇ ਆਪਣੀ ਕਾਰਵਾਈ ਦੇ ਉੱਤੇ ਕਾਇਮ ਰਹਿਣ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਰਹੇ ਨੇ। ਹੁਣ ਇਸ ਵਾਰ ਉਹ ਕਾਮਯਾਬ ਹੋਣਗੇ ਨਹੀਂ ਹੋਣਗੇ, ਉਹਨਾਂ ਨੇ ਬਹੁਤ ਸਖਤ ਸੁਨੇਹਾ ਦਿੱਤਾ ਹੈ ਕਿ ਅਸੀਂ ਐਸਮਾ ਲਗਾਤਾ ਹੈ, ਤੁਸੀਂ ਹੁਣ ਕਰਕੇ ਦਿਖਾਓ ਹੜਤਾਲਾਂ, ਫਿਰ ਤੁਹਾਨੂੰ ਅਸੀਂ ਬੰਦੇ ਬਣਾਵਾਂਗੇ। ਐਂਡ ਇਟਸ ਦ ਰਾਈਟ ਮੈਸੇਜ ਟੂ ਬੀ ਥਰੋਨ। ਤੁਸੀਂ ਸਰਕਾਰੀ ਤਨਖਾਹਾਂ ਲੈ ਰਹੇ ਹੋ, ਕਹਿ ਰਹੇ ਨੇ ਤੁਹਾਨੂੰ ਲੱਖਾਂ ਰੁਪਏ ਦੀਆਂ ਤਨਖਾਹਾਂ ਮਿਲਦੀਆਂ ਨੇ, ਉਸ ਦੇ ਬਾਵਜੂਦ ਤੁਹਾਡਾ ਜੇ ਇੱਕ ਕਰਪਟ ਕੋਲੀਗ ਫੜਿਆ ਜਾਂਦਾ ਹੈ ਜਾਂ 2 ਕਰਪਟ ਕੋਲੀਗ ਫੜੇ ਜਾਂਦੇ ਨੇ, ਤੁਸੀਂ ਮਾਹੌਲ ਇਸ ਤਰੀਕੇ ਦਾ ਬਣਾਤਾ ਤੇ ਆਪਣੀਆਂ ਹੋਰ ਮੰਗਾਂ ਨੂੰ ਵਿੱਚ ਕਲੱਬ ਕਰਕੇ ਕੋਸ਼ਿਸ਼ ਇਹ ਕਰ ਰਹੇ ਹੋ ਕਿ ਸਰਕਾਰ ਨੂੰ ਅਸੀਂ ਝੁਕਾ ਸਕੀਏ। ਤੁਹਾਨੂੰ ਕੰਮ ਕਰਨ ਦਾ ਤਰੀਕਾ ਸਰਕਾਰ ਦਾ ਪਸੰਦ ਨਹੀਂ ਆ ਰਿਹਾ, ਤੁਹਾਨੂੰ ਵਿਜੀਲੈਂਸ ਬਿਊਰੋ ਦੀ ਐਕਟਿਵਿਜ਼ਮ ਪਸੰਦ ਨਹੀਂ ਆ ਰਿਹਾ, ਕਿਉਂਕਿ ਤੁਹਾਡੇ ਖਿਲਾਫ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਰਹੀਆਂ ਨੇ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਹੁਣ ਜ਼ਿਆਦਾ ਹੋ ਰਹੀਆਂ ਨੇ। ਸੋ ਇਹ ਤਾਂ ਮਜ਼ਬੂਤ ਨੇ, ਇਹਨਾਂ ਨੇ ਵਿਜੀਲੈਂਸ ਬਿਊਰੋ ਨੂੰ ਸਿਆਣਦੀ ਨਹੀਂ ਪਟਵਾਰ ਯੂਨੀਅਨ ਹੈਗੀ ਹੈ। ਸੋ ਇਹਨਾਂ ਨੇ ਪਹਿਲਾਂ ਵੀ ਕਨਫਰੰਟੇਸ਼ਨ ਕੀਤੀ ਤੇ ਕਈ ਥਾਂ ਤੇ ਵਿਜੀਲੈਂਸ ਬਿਊਰੋ ਵੀ ਧੱਕਾ ਕਰਦੀ ਹੈ, ਉਹਦੇ ਵਿੱਚ ਵੀ ਕੋਈ ਦੁਰਾਵਾ ਨਹੀਂ। ਬਟ ਆਹ ਜਿਹੜੀ ਲਾਮਬੰਦੀ ਹੈ ਵੀ ਅਸੀਂ ਪੈਨ ਡਾਊਨ ਸਟ੍ਰਾਈਕ ਕਰਾਂਗੇ, ਉਹ ਸਟ੍ਰਾਈਕ ਕਰਨਾ ਹੱਕ ਹੈ। ਕੱਲ੍ਹ ਨੂੰ ਸਭ ਤੋਂ ਜ਼ਿਆਦਾ ਕਰਪਸ਼ਨ ਦੇ ਵਿੱਚ ਜਿਹੜੇ ਪੁਲਿਸ ਕਰਮਚਾਰੀ ਫੜੇ ਜਾਂਦੇ ਨੇ, ਹੁਣ ਪੁਲਿਸ ਮਹਿਕਮਾ ਤਾਂ ਯੂਨੀਅਨਾਈਜ਼ ਨਹੀਂ ਹੈ, ਇੰਡੀਆ ਦੇ ਵਿੱਚ ਨਹੀਂ ਹੈ। ਹੁਣ ਜੇ ਕੱਲ੍ਹ ਨੂੰ ਪੁਲਿਸ ਸਟ੍ਰਾਈਕ ਤੇ ਚਲੀ ਜਾਏ ਪੰਜਾਬ ਦੀ, ਠੀਕ ਹੈ ਨਾ, ਇਹਨਾਂ ਦੀ ਜ਼ਿੰਮੇਵਾਰੀਆਂ ਵੀ ਉਹੋ ਜਿਹੀਆਂ, ਲੋਕਾਂ ਦੇ ਤਹਿਸੀਲਾਂ 'ਚ ਬੜੇ ਜ਼ਰੂਰੀ ਕੰਮ ਹੁੰਦੇ ਨੇ ਤੇ ਉਹ ਕੰਮ ਤੁਸੀਂ ਬੰਦ ਕਰਕੇ ਓਵਰਆਲ ਇਹ ਮੈਸੇਜ ਭੇਜੋ ਕਿ ਸਰਕਾਰ ਤੋਂ ਤਾਂ ਜੀ ਹਾਲਾਤ ਸਾਂਭੇ ਨਹੀਂ ਜਾ ਰਹੇ, ਤਾਂ ਕਿ ਆਪੋਜੀਸ਼ਨ ਨੂੰ ਵੀ ਇੱਕ ਪੁਆਇੰਟ ਮਿਲੇ ਕਿ ਦੇਖੋ ਜੀ ਇਹਨਾਂ ਤੋਂ ਤਾਂ ਸਿਚੁਏਸ਼ਨ ਨਹੀਂ ਸਾਂਭੀ ਜਾ ਰਹੀ। ਜਦਕਿ ਮੁੱਖ ਮੰਤਰੀ ਪਹਿਲਾਂ ਵੀ ਸਟਰੋਂਗ ਇਮਰਜ ਕੀਤੇ ਨੇ ਤੇ ਹੁਣ ਵੀ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਹੈ, ਸੋ ਇਹ ਉਹਨਾਂ ਦੇ ਪੱਖ ਵਿੱਚ ਜਾ ਰਿਹਾ ਹੈ। ਦਿਸ ਇਜ਼ ਗੋਇੰਗ ਇਨ ਫੇਵਰ ਆਫ ਭਗਵੰਤ ਮਾਨ ਟੂ ਦ ਐਕਸਟੈਂਟ ਕਿ ਲੋਕ ਮਹਿਸੂਸ ਕਰਦੇ ਨੇ ਕਿ ਇਹ ਸਾਲਾਂ ਤੋਂ ਦਹਾਕਿਆਂ ਤੋਂ ਕਰਪਸ਼ਨ ਦਾ ਜਿਹੜਾ ਸਿਸਟਮ ਤੁਰਿਆ ਰਿਹਾ, ਕਿਸੇ ਨੇ ਤਾਂ ਇਹਨਾਂ ਨੂੰ ਵੰਗਾਰਿਆ, ਅੱਜ ਤਕਲੀਫਾਂ ਦੇ ਵਿੱਚ ਨੇ ਤਾਂ ਹੀ ਧਰਨਿਆਂ ਤੇ ਲਈ ਮਜਬੂਰ ਹੋ रहे हैं। क्योंकि आम आदमी पार्टी ने भी ये एंटी करप्शन प्लैंक पे ही उन्होंने इलेक्शन लड़ा, हर दिल्ली में हो चाहे पंजाब में हो, बहुत बड़े बड़े वादे पे, तो शायद वो एक बाउंड भी है अपने वादों से कि वो करना पड़ रहा है पब्लिकली। लेकिन यहाँ पे मेरा एक सवाल है कि करना चाह रहे ने, मैनू लगता कि देखो करप्शन कई लैवल ते हुंदी है। मैं नहीं कहता भी आम आदमी पार्टी दी उतले लैवल ते करप्शन नहीं होएगी, बहुत इल्जाम लग रहे ने। ਜਿਹੜੇ ਸ਼ਰਾਬ ਦੇ ਕੁਝ ਮਾਮਲੇ ਆਏ ਨੇ, ਸ਼ਰਾਬ ਦੀ ਨੀਤੀਆਂ ਨੂੰ ਜਿਵੇਂ ਟਵੀਕ ਕੀਤਾ ਜਾਏ, ਚਾਹੇ ਦਿੱਲੀ 'ਚ ਕੀਤਾ ਗਿਆ ਜਾਂ ਪੰਜਾਬ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਈਡੀ ਨੇ ਬਾਅਦ ਦੇ ਵਿੱਚ ਛਾਪੇਮਾਰੀ ਕੀਤੀ, ਅਫਸਰਾਂ ਨੂੰ ਧਰ ਪਕੜਿਆ। ਹੁਣ ਇੱਥੇ ਅਫਸਰਾਂ ਦਾ ਗਰਜ ਇਹ ਸੀ ਵੀ ਸਾਡੇ ਤੋਂ ਤਾਂ ਸਰਕਾਰ ਉੱਠੇ ਕੰਮ ਕਰਾਉਣਾ ਚਾਹ ਰਹੀ ਸੀ, ਜਿਹੜਾ ਐਕਸਾਈਜ਼ ਦੀ ਪੰਜਾਬ ਦੀ ਪਾਲਿਸੀ ਨੂੰ ਦਿੱਲੀ ਦੀ ਪਾਲਿਸੀ ਉੱਤੇ ਇਹਨਾਂ ਨੇ ਟਵੀਕ ਕਰਕੇ ਉਵੇਂ ਬਣਾ ਕੇ ਕੋਸ਼ਿਸ਼ ਕੀਤੀ। ਲੇਕਿਨ ਜਿਵੇਂ ਦਿੱਲੀ ਦੇ ਵਿੱਚ CBI ਦੀ ਇਨਕੁਆਰੀਆਂ ਖੁੱਲੀਆਂ, ਪੰਜਾਬ ਦੇ ਵਿੱਚ ਰੁਕ ਗਏ। ਲੇਕਿਨ ਸਟਿਲ ਈਡੀ ਜੰਪਡ ਇਨ, ਈਡੀ ਆਈ, ਇਹਨਾਂ ਦੇ ਅਫਸਰਾਂ ਨੂੰ, IAS ਆਫੀਸਰਸ ਨੂੰ, ਜਿਹੜੇ ਐਕਸਾਈਜ਼ ਦੇ ਅਧਿਕਾਰੀ ਸੀ, ਉਹਨਾਂ ਨੂੰ ਪੁੱਛਗਿੱਛ ਹੋਈ, ਪ੍ਰੋਬਿੰਗ ਹੋਈ, ਇਨਵੈਸਟੀਗੇਸ਼ਨ ਹੋਈ ਮਾਮਲੇ ਦੀ। ਸੋ ਇੱਕ ਪਾਸੇ ਤਾਂ ਅਫਸਰ ਕਹਿੰਦੇ ਨੇ ਕਿ ਸਾਨੂੰ ਉਤਲੇ ਲੈਵਲ ਤੇ ਹੋ ਰਿਹਾ, ਬਹੁਤ ਕੁਝ ਹੋ ਰਿਹਾ ਹੋ ਸਕਦਾ ਹੈ, ਕਿਉਂਕਿ ਸਰਕਾਰ ਦਿੱਲੀ ਤੋਂ ਵੀ ਚੱਲਦੀ ਪਈ ਹੈ, ਪ੍ਰੋਬਲਮ ਹੈ। ਲੇਕਿਨ ਭਗਵੰਤ ਮਾਨ ਨੂੰ ਇੰਨਾ ਪਤਾ ਹੈ ਵੀ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਲੋਕਾਂ ਦੇ ਨਾਲ ਜਿੱਥੇ ਇੰਟਰਫੇਸ ਬਿਊਰੋਕ੍ਰੇਸੀ ਦਾ ਹੈ, ਉੱਥੇ ਜਿਹੜੀ ਕਰਪਸ਼ਨ ਹੈ, ਜੇ ਮੈਂ ਉਸ ਨੂੰ ਰੋਕ ਲੈਣਾ ਹੈ ਤਾਂ ਪਬਲਿਕ ਤੇ ਮਾਸਸ ਦੇ ਵਿੱਚ ਇੱਕ ਵੱਖਰਾ ਮੈਸੇਜ ਆਏਗਾ ਜੋ ਕਿ ਜਾ ਰਿਹਾ ਹੈ। ਸੋ ਇਸ ਤਰੀਕੇ ਦਾ ਜਦੋਂ ਵੀ ਸਟੈਂਡ ਆਫ ਹੋਣਾ ਹੈ, ਭਗਵੰਤ ਮਾਨ ਵਿਲ ਇਮਰਜ ਐਜ਼ ਅ ਵਿਨਰ, ਲੋਕਾਂ ਦੀ ਪਰਸੈਪਸ਼ਨ ਦੇ ਵਿੱਚ ਵਿਨਰ ਆਏਗਾ। ਅੱਜ ਇਹ ਯੂਨੀਅਨਾਂ ਦੇ ਮਾਮਲੇ 'ਚ ਹਲੇ ਤਾਂ ਕਿਸੇ ਨੇ ਉੜਤਾ ਤੇ ਲਿਆ ਨਹੀਂ, ਕੋਈ ਪੰਗਾ ਲਿਆ ਨਹੀਂ। ਕੋਈ ਆਪੋਜੀਸ਼ਨ ਜੇ ਆ ਕੇ ਇਹਨਾਂ ਦੀ ਫੇਵਰ 'ਚ ਖੜੀ ਹੋ ਜਾਂਦੀ ਹੈ, ਉਹ ਆਪਣੇ ਆਪ ਨੂੰ 2 ਮਿੰਟ ਲੱਗਣਗੇ ਡਿਸਕ੍ਰੈਡਿਟ ਹੋਣ ਦੇ ਲੋਕਾਂ ਦੀ ਨਜ਼ਰਾਂ ਵਿੱਚ, ਕਿਉਂਕਿ ਲੋਕਾਂ ਨੂੰ ਤਾਂ ਪਤਾ ਹੈ ਵੀ ਗਰਾਊਂਡ ਤੇ ਕੀ ਹੋ ਰਿਹਾ। ਸੋ ਦੈਟ ਵੇ ਭਗਵੰਤ ਮਾਨ ਬਿਲਕੁਲ ਸਹੀ, ਜਿਹਨੂੰ ਕਹਿੰਦਾ ਪੋਲੀਟੀਕਲੀ ਕਰੈਕਟ ਚੱਲਦੇ ਪਏ ਨੇ ਤੇ ਫੈਕਚੁਅਲੀ ਇਹ ਨਹੀਂ ਹੈ ਕਿ ਮਜਬੂਰੀ 'ਚ ਉਹਨਾਂ ਨੂੰ ਕਰਨਾ ਪੈ ਰਿਹਾ, जेन्युइनली वो चाह सकते हैं या चाह रहे होंगे कि असी इस लेवल की करप्शन दूर करिए। लेकिन यहाँ पे मतलब एक प्रैग्मेटिज्म की भी बात होती है कि कितना कुछ प्रैक्टिकल है कि जो 2000 लोग एक यूनियन के साथ जुड़े हुए हैं वो कह रहे हैं कि भाई हम स्ट्राइक पे चले जाएंगे, आपने बदले में उनको धमकाना शुरू कर दिया कि भाई एस्मा लागू कर देंगे, वजूहत चाहे जो भी हो। लेकिन मैं यहाँ पे 2 रिलेटेड सवाल है। एक तो ये कि क्या ये रियलिस्टिकली पॉसिबल भी है कि आपने कह दिया कि इतने लोग बेरोज़गार घूम रहे हैं, हम लोगों को जो है भर्ती कर देंगे, क्या इतना आसान भी है सरकारी नौकरियों में लोगों को नौकरियाँ देना? दूसरा ये, आप
बिल्कुल वक्त ले सकते हैं जवाब देने में, कि क्या चीफ मिनिस्टर का खुद का मैसेजिंग थोड़ा अलग हो सकता था कि बजाय इसके कि वो डायरेक्ट कॉन्फ्रंटेशन पे आ जाए, क्योंकि पंजाब में या कहीं और भी हिंदुस्तान में करप्शन तो सिस्टेमिक है, हर लेयर पे लोग जो है इन्वॉल्व होते हैं, तो ऐसे एक बड़े स्ट्रक्चर को तोड़ना इतना आसान नहीं है। अब भाषणबाजी या फिर डरा धमका के जो है इसको डिसमेंटल नहीं किया जा सकता। तो क्या उनको बजाय इसके कि वो कॉन्फ्रंटेशन में आ जाए, कि लोगों को कॉन्फिडेंस पे लेके कुछ बैकडोर चैनल्स खोल के बात करके जो है समझा के लोगों को हड़ताल पे जाने से रोकना, क्या ये बेहतर एक ऑप्शन नहीं हो सकता था? आपको क्या लगता है? ये दोनों मेरे सवाल हैं। नहीं ठीक है ਤੁਹਾਡਾ। ਦੇਖੋ ਇਹ ਚੀਜ਼ ਬਿਲਕੁਲ ਪੁਆਇੰਟ ਆਊਟ ਵੀ ਕੀਤੀ ਜਾ ਰਹੀ ਹੈ ਕਿ ਵੀ ਭਗਵੰਤ ਮਾਨ ਨੂੰ ਇਸ ਤਰੀਕੇ ਦਾ ਮੈਸੇਜ ਦੇਣਾ ਚਾਹੀਦਾ ਸੀ, ਨਹੀਂ ਦੇਣਾ ਚਾਹੀਦਾ ਸੀ। ਚੀਫ ਮਿਨਿਸਟਰ ਜੀ ਐਡਾ ਵੱਡਾ ਟਵੀਟ ਜਾਂ ਆਪਣੇ ਬਿਆਨ ਦੇ ਵਿੱਚ ਜਿਹੜੀ ਆਪਾਂ ਗੱਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣੀ ਵੀ ਤੁਸੀਂ ਪੂਰੀ ਦੀ ਪੂਰੀ ਕਮਿਊਨਿਟੀ ਨੂੰ, ਇੱਕ ਅਫਸਰਾਂ ਦਾ ਇੱਕ ਵਰਗ ਹੈ, ਇਟ ਇਜ਼ ਅ ਕਲਾਸ ਆਫ ਆਫਿਸਰਸ ਜਿਨ੍ਹਾਂ ਨੂੰ ਤੁਸੀਂ ਐਡਰੈਸ ਕਰ ਰਹੇ ਹੋ, ਕਿ ਤੁਸੀਂ ਉਹਨਾਂ ਦੇ ਨਾਲ ਇੱਕ ਪਰਮਾਨੈਂਟ ਯੂ ਹੈਵ ਬਰਨਡ ਯੋਰ ਬ੍ਰਿਜਸ, ਯੂ ਨੋ, ਤੁਸੀਂ ਉਹਨਾਂ ਦੇ ਨਾਲ ਆਪਣੇ ਰਾਬਤੇ ਨੂੰ ਖਰਾਬ ਕਰ ਰਹੇ ਹੋ, ਆਪਣਾ ਤਾਲਮੇਲ ਖਰਾਬ ਕਰ ਰਹੇ ਹੋ। ਲੇਕਿਨ ਕਿੰਨੀ ਕੁ ਦੇਰ ਤੱਕ ਇਹ ਚੀਜ਼ ਤੁਹਾਨੂੰ ਮੁਹਤਾਜ ਬਣਾਈ ਰੱਖੇ ਕਿ ਤੁਸੀਂ ਇਹ ਗੁੰਡਾਗਰਦੀਆਂ ਨੂੰ, ਜਾਂ ਕਹਿ ਲਓ ਕਿ ਇਹ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਕਰੋ। ਉਹ ਧੱਕੇਸ਼ਾਹੀ ਕਿਸੇ ਪਾਸੇ ਵੀ ਹੋ ਸਕਦੀ ਹੈ, ਮੈਂ ਇਸ ਕੇਸ ਪਾਰਟਿਕੂਲਰ ਦੀ ਮੈਰਿਟ ਦੇ ਵਿੱਚ ਨਹੀਂ ਜਾਵਾਂਗਾ, ਲੇਕਿਨ ਜੋ ਜਨਵਰੀ ਦੇ ਵਿੱਚ ਹੋਇਆ, ਆਰਟੀਏ ਦੇ ਇੱਕ ਆਫਿਸਰ ਦੇ ਖਿਲਾਫ ਕਾਰਵਾਈ ਵਿਜੀਲੈਂਸ ਕਰਦੀ, ਜੇ ਵਿਜੀਲੈਂਸ ਬਿਊਰੋ ਕਾਰਵਾਈ ਗਲਤ ਕਰ ਰਹੀ ਹੈ ਤੇ ਉਸ ਦੇ ਖਿਲਾਫ ਤੁਸੀਂ ਲੀਗਲ ਰੈਮੀਡੀਜ਼ ਲੈ ਸਕਦੇ ਹੋ। ਬਹੁਤ ਸੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਬੇਲਾਂ ਮਿਲ ਜਾਂਦੀਆਂ ਨੇ, ਬਹੁਤ ਸੇ ਕੇਸਿਸ ਖਾਰਜ ਹੋ ਜਾਂਦੇ ਨੇ, ਆਪਣੇ ਕੇਸਿਸ ਵੀ ਸਰਕਾਰ ਦੇ ਗਿਰ ਜਾਂਦੇ ਨੇ, ਵਿਜੀਲੈਂਸ ਬਿਊਰੋ ਦੇ ਕੀਤੇ ਹੋਏ ਧੱਕਿਆਂ ਦੇ ਵੀ ਸਾਰੀ ਕਰੈਕਸ਼ਨ ਹੋ ਜਾਂਦੀ ਹੈ। ਅੱਜ ਤੱਕ ਸਜ਼ਾਵਾਂ ਕਿੰਨੀਆਂ ਕੁ ਨੂੰ ਮਿਲ ਗਈਆਂ ਵਿਜੀਲੈਂਸ ਬਿਊਰੋ ਦੇ ਕੇਸਾਂ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਤਾਂ ਕੋਈ ਐਡਾ ਵੱਡਾ ਇਸ਼ੂ ਨਹੀਂ। ਮੁੱਦਾ ਇਹ ਹੈ ਕਿ ਇੱਕ ਪਰਟੀਕੂਲਰ ਕਹਿੰਦੇ ਕਿ ਸੈਕਸ਼ਨ ਹੈ ਜੋ ਕਿ ਇੱਕ ਲਾਭਪਾਤਰ ਹੈ। ਸਰਕਾਰਾਂ ਕੋਈ ਆਈ ਜਾਣ ਜਾਈ ਜਾਣ, ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਪਤਾ ਸਾਡੀ ਦੁਕਾਨ ਚੱਲ ਰਹੀ ਹੈ। ਖਾਸ ਕਰਕੇ ਆ ਜਿਹੜੇ ਲੋਕ ਹੈਗੇ ਨੇ ਇਹਨਾਂ ਦਾ ਕੰਮ ਚੱਲੀ ਜਾ ਰਿਹਾ। ਸੋ ਦੇ ਡੋਂਟ ਰੀਲੀ ਕੇਅਰ ਅ ਡੈਮ ਕਿ ਇੱਥੇ ਭਗਵੰਤ ਮਾਨ ਸੀਐਮ ਹੈ ਜਾਂ ਸੁਖਬੀਰ ਬਾਦਲ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਮਿਨਿਸਟਰ। ਲੇਕਿਨ ਭਗਵੰਤ ਮਾਨ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹੀ ਇਜ਼ ਟ੍ਰਾਈਂਗ ਟੂ ਬੀ ਔਨ ਦ ਰਾਈਟ ਸਾਈਡ ਆਫ ਦ ਲਾਅ ਐਂਡ ਔਨ ਦ ਰਾਈਟ ਸਾਈਡ ਆਫ ਦ ਪਬਲਿਕ ਪਰਸੈਪਸ਼ਨ, ਵਿਚ ਇਜ਼ ਵੈਰੀ ਇੰਪੋਰਟੈਂਟ। ਇਹ ਲੜਾਈ ਨੂੰ ਮਤਲਬ ਠੀਕ ਹੈ, ਬਹੁਤ ਸੇ ਲੋਕ ਇਸ ਨੂੰ ਕਹਿ ਸਕਦੇ ਕਿ ਯਾਰ ਇਟ ਸ਼ੁੱਡ ਬੀ ਡਨ ਵੈਰੀ, ਜੋ ਤੁਸੀਂ ਕਹਿ ਰਹੇ ਸ਼ਬਦ ਪ੍ਰੈਗਮੈਟਿਕ ਵੀ ਹੋਵੇ ਤੇ ਉਹਦੇ 'ਚ ਇੱਕ ਟੈਕਟਫੁਲਨੈਸ ਵੀ ਹੋਵੇ। ਵਨ ਕੈਨ ਕੁਐਸਚਨ ਕਿ ਯਾਰ ਟੈਕਟਫੁਲਨੈਸ ਹੋਣੀ ਚਾਹੀਦੀ, ਸਰਕਾਰ ਚਲਾਉਣ ਲਈ ਇੱਕ ਟੈਕਟ ਚਾਹੀਦਾ ਹੈ। ਲੇਕਿਨ ਜਦੋਂ ਤੁਸੀਂ ਸੋਚੋ ਨਾ ਵੀ ਤੁਸੀਂ ਤਾਂ ਗਵਰਨਰ ਦੇ ਨਾਲ ਕੋਈ ਮਰਿਆਦਾ ਨਹੀਂ ਰੱਖੀ ਹੋਈ, ਰੋਜ਼ ਤੁਸੀਂ ਆਏ ਦਿਨ ਚੌਥੇ ਦਿਨ ਗਵਰਨਰ ਦੇ ਨਾਲ 36 ਦਾ ਅੰਕੜਾ, ਹੁਣ ਗਵਰਨਰ ਤਾਂ ਗਵਰਨਰ ਹੈ, ਠੀਕ ਹੈ ਨਾ। ਗਵਰਨਰ ਜਿਹੜਾ ਮਹਾਮਹਿਮ ਨੂੰ ਤੁਸੀਂ ਨਹੀਂ ਬਖਸ਼ ਰਹੇ ਹੋ, ਤੁਸੀਂ ਆਪਣੇ ਆਪੋਜੀਸ਼ਨ ਨੂੰ ਨਹੀਂ ਬਖਸ਼ ਰਹੇ ਹੋ, ਤੁਸੀਂ ਪਰਸਨਲ ਲੈਵਲ ਤੇ ਜਾ ਕੇ ਖਿੱਚ ਰਹੇ ਹੋ। ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ, ਲੇਕਿਨ ਇਸ ਪੁਆਇੰਟ ਤੇ ਆ ਕੇ ਜਿੱਥੇ ਕਿ ਤੁਸੀਂ ਕਰਪਸ਼ਨ ਨੂੰ ਦੇਖ ਰਹੇ ਹੋ, ਤੁਸੀਂ ਦੇਖ ਨਹੀਂ ਰਹੇ ਹੋ ਕਿ ਵੀ ਹੈਵ ਸੀਨ ਦਿਸ ਕਰਪਸ਼ਨ ਫॉर ਡੈਕੇਡਸ। ਅਸੀਂ ਪੰਜਾਬ ਦੇ ਵਿੱਚ ਨਾ ਦਹਾਕਿਆਂ ਤੋਂ ਦੇਖਦੇ ਆ ਰਹੇ ਹਾਂ, ਤੇ ਜਿਹੜਾ ਬੰਦਾ ਦੇਖਦਾ ਆ ਰਿਹਾ ਨਾ, ਹੀ ਵਿਲ ਫੀਲ ਦ ਪਿੰਚ। ਪੋਲੀਟੀਸ਼ੀਅਨ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਆਪੋਜੀਸ਼ਨ ਦੇ 4 ਲੀਡਰ ਜੇ ਨਾ ਪਟਵਾਰੀਆਂ ਦੇ ਫੇਵਰ 'ਚ ਵੀ ਆ ਕੇ ਖੜੇ ਹੋ ਜਾਂਦੇ, ਉਹਦੇ 'ਚ ਕੋਈ ਫਰਕ ਇਸ ਵਾਸਤੇ ਨਹੀਂ ਕਿਉਂਕਿ ਉਹ ਮਲਾਈਆਂ ਉਹਨਾਂ ਨੇ ਵੀ ਖਾਧੀਆਂ ਨੇ। ਲੇਕਿਨ ਜਿਹੜਾ ਆਮ ਆਦਮੀ ਹੈ, ਜਿਹੜਾ ਤਰਸਤ ਹੈ, ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਨਾ, ਲਿੰਕ ਕਰਨਾ। ਉਹ ਜਿਹੜੀ ਕੜੀ ਨੂੰ ਜੋੜਨ ਦਾ ਕੰਮ ਭਗਵੰਤ ਮਾਨ ਕਰ ਸਕਦੇ ਨੇ, ਕਰ ਪਾ ਰਹੇ ਨੇ, ਬਖੂਬੀ ਕਰ ਪਾ ਰਹੇ ਨੇ। ਜਨਵਰੀ ਦੇ ਵਿੱਚ ਉਹ ਕਾਮਯਾਬ ਹੋਏ। ਇਹ ਜਿਹੜੀਆਂ ਯੂਨੀਅਨਸ, ਪਹਿਲਾਂ ਇਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ। ਹਾਲਾਂਕਿ ਦੇਖੋ, ਜਦੋਂ ਤਹਿਸੀਲਾਂ ਦੇ ਲੈਵਲ ਦੇ ਉੱਤੇ ਸਟ੍ਰਾਈਕ ਹੋਏਗੀ, ਜੇ ਮੰਨ ਲਓ ਸਟ੍ਰਾਈਕ ਕਰ ਦਿੰਦੇ ਨੇ, ਹੋਰ ਮੰਨ ਲਓ ਕੱਲ੍ਹ ਸਥਿਤੀ ਖਰਾਬ ਹੁੰਦੀ ਹੈ, ਲੋਕਾਂ ਨੂੰ ਬਹੁਤ ਦਿੱਕਤਾਂ ਆਉਣਗੀਆਂ। ਇਸ ਮਾਂ ਲਾਗੂ ਕਰਤਾ ਗਿਆ, ਸਾਰੀ ਸਿਚੁਏਸ਼ਨ ਸਾਡੇ ਸਾਹਮਣੇ, ਬਟ ਦੈਟ ਡਜ਼ਨਟ ਮੀਨ ਕਿ ਇਹਨਾਂ ਦੀ ਗੱਲਾਂ ਬਾਤਾਂ ਨੂੰ ਟੋਲਰੇਟ ਕੀਤਾ ਜਾਵੇ ਇਸ ਡਰ ਤੋਂ। ਉਸ ਹਿਸਾਬ ਨਾਲ ਤਾਂ ਫਿਰ ਉਹ ਮੈਸੇਜਿੰਗ ਸਾਰੀ ਗਲਤ ਚੱਲ, ਪੋਸਟਰਿੰਗ ਤੁਹਾਡੀ ਗਲਤ ਹੋ ਗਈ ਨਾ। ਜੇ ਤੁਸੀਂ ਇੱਕ ਯੂਨੀਅਨ ਦੇ ਸਾਹਮਣੇ ਇੱਕ ਵਾਰ ਝੁਕ ਗਏ, ਫਿਰ ਸਾਰੇ ਅੱਖਾਂ ਦਿਖਾਣਗੇ। ਜਨਵਰੀ ਦੇ ਵਿੱਚ ਸੀਐਮ ਮਿਨਿਸਟਰ ਨਹੀਂ ਝੁਕੇ, ਪੀਸੀਐਸ ਅਫਸਰਾਂ ਦੀ ਐਸੋਸੀਏਸ਼ਨ ਨੂੰ ਪਿੱਛੇ ਹਟਣਾ ਪਿਆ। ਆਈਐਸ ਅਫਸਰਾਂ ਦੇ ਖਿਲਾਫ ਜੇ ਕਾਰਵਾਈਆਂ ਸ਼ੁਰੂ ਹੋਈਆਂ ਤਾਂ ਠੀਕ ਹੈ, ਅੰਦਰ ਖਾਤੇ ਸੱਟਣ ਲਈ ਜੋ ਵੀ ਚੀਜ਼ਾਂ ਮੈਨੇਜ ਕੀਤੀਆਂ ਹੋਣਗੀਆਂ ਉਹਨਾਂ ਨੇ ਕਰ ਲਈਆਂ ਹੋਣਗੀਆਂ। ਚੀਫ ਮਿਨਿਸਟਰ ਨੂੰ ਕਿਹਾ ਹੋਗਾ ਵੀ ਸਾਡੀ ਸੀਨੀਅਰ ਆਈਐਸ ਅਫਸਰਾਂ ਦੇ ਖਿਲਾਫ ਐਡਾ ਨਾ ਕਰੋ। ਚਲੋ ਅੰਦਰ ਖਾਤੇ ਵਿਜੀਲੈਂਸ ਬਿਊਰੋ ਨੂੰ ਵੀ ਥੋੜ੍ਹਾ ਬਹੁਤ ਸਮਝਾਇਆ ਜਾ ਸਕਦਾ ਹੈ। ਲੇਕਿਨ ਜੇ ਤੁਸੀਂ ਟੋਟਲ ਮੈਸੇਜ ਦੇ ਦੋਗੇ ਤਾਂ ਕੱਲ੍ਹ ਨੂੰ ਜਿਹੜੇ ਅਫਸਰ ਵਿਜੀਲੈਂਸ ਬਿਊਰੋ ਦੇ ਕਹਿੰਦੇ ਨੇ ਜੀ ਇੱਕ ਪਾਸੇ ਤੁਸੀਂ ਸਾਨੂੰ ਕਹਿ ਰੱਖਿਆ ਕਿ ਤੁਸੀਂ ਕਰਪਸ਼ਨ ਦੇ ਖਿਲਾਫ ਕਾਰਵਾਈ ਨੂੰ ਖਿੱਚੋ ਫੜ ਕੇ, ਤੇ ਹੁਣ ਜੇ ਅਸੀਂ ਖਿੱਚ ਰਹੇ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਰੁਕ ਜਾਓ, ਤੇ ਉਹ ਐਵੇਂ ਬੈਕ ਐਂਡ ਫੋਰਥ ਤਾਂ ਹੋਏਗਾ ਨਹੀਂ। ਸੋ ਉਸ ਪੁਆਇੰਟ ਆਫ ਵਿਊ ਨਾਲ ਜੋ ਉਹ ਕਹਿ ਰਹੇ ਨੇ, ਪ੍ਰੈਕਟੀਕਲੀ ਉਹ ਚੀਜ਼ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਕਲਮਾ ਕੋਈ ਹੋਰ ਫੜ ਲਏਗਾ। ਇਹ ਤਾਂ ਇੱਕ ਮੈਸੇਜ ਹੈ। ਦੀਜ਼ ਆਰ ਆਲ ਪੋਲੀਟੀਕਲ ਮੈਸੇजेस। ਉਹ ਕਲਮਾ ਛੱਡਣ ਵਾਲੇ ਕਲਮਾ ਛੱਡਣ ਨੂੰ ਤਿਆਰ ਵੀ ਨਹੀਂ। ਉਹ ਦੇ ਆਰ ਰੈਡੀ ਟੂ ਪੁੱਟ देयर पेन्स डाउन, but they are not ready to leave their pens. हाँ, right. No, और क्योंकि वो because they know it's a mind game, it's a psychological warfare where the chief minister knows what he is doing. ਤੇ ਉਹਨਾਂ ਨੇ ਪਹਿਲਾਂ ਵੀ he has successfully done it, he is doing it again and I hope he should be successful. नहीं, क्योंकि जैसे जितना मुझे मालूम है कि आप
एक अगर सरकारी मुलाजिम की नौकरी अगर आप खाने की कोशिश भी करते हैं तो फिर उसका एक प्रोसीजर होता है, आप इंक्वायरी बिठाएंगे, उसके बाद आएगा, उसके बाद गैजेट नोटिफिकेशन में डालेंगे, उसके बाद जाके किसी की नौकरी आप खा सकते हैं, बिकॉज बहुत सारे बेनिफिट्स भी होते हैं। इतना आसान नहीं होता सरकारी नौकरियों को भरना भी और किसी को नौकरी से हटाना भी। लेकिन अगर एस्मा लग जाएगा हाँ और उसके बाद स्ट्राइक होगी फिर चीज़ पॉसिबल नहीं ना, फिर ਤਾਂ ਤੁਸੀਂ ਇਮੀਡੀਏਟਲੀ ਯੂ ਵਿਲ ਡਿਸਮਿਸਡ। ਫਿਰ ਕੀ ਬਚਦਾ ਤੁਹਾਡੇ ਕੋਲ ਜਦੋਂ ਕਾਨੂੰਨ ਲਾਗੂ ਹੋ ਗਿਆ, ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ, ਦੈਟ ਇਜ਼ ਵਾਈ ਹੀ ਹੈਜ਼ ਇਨਵੋਕਡ ਦੈਟ ਲਾਅ। ਅਦਰਵਾਈਜ਼ ਤਾਂ ਪਤਾ ਹੀ ਸੀ ਇਹਨਾਂ ਨੌਕਰੀਆਂ ਤੋਂ ਕੌਣ ਹਿਲਾ ਸਕਦਾ ਹੈ। ਲੇਕਿਨ ਜੇ ਤੁਸੀਂ ਉਸ ਐਕਟ ਦੀ ਰੌਸ਼ਨੀ ਦੇ ਵਿੱਚ ਪੰਗੇ ਲਓਗੇ ਤਾਂ ਫਿਰ ਤਾਂ ਤੁਹਾਡੀ ਨੌਕਰੀ ਜਾ ਹੀ ਸਕਦੀ ਹੈ। ਵੈਨ ਦ ਮਾਡਲ ਕੋਡ ਆਫ ਕੰਡਕਟ ਔਰ ਵਟਐਵਰ ਦਿਸ ਐਕਟ ਇਜ਼ ਆਲ ਅਬਾਊਟ। ਸੋ ਉਸ ਸਿਚੁਏਸ਼ਨ ਦੇ ਵਿੱਚ ਇੱਕ ਪਾਵਰ ਨੂੰ ਇਨਵੋਕ ਕੀਤਾ ਗਿਆ ਟੂ ਦ ਐਕਸਟੈਂਟ ਕਿ ਜਿਹਨੂੰ ਕਹਿੰਦੇ ਨੇ ਕਿ ਜਸਟ ਇਨ ਆਰਡਰ ਟੂ ਪ੍ਰੀਐम्प्ट them ਕਿ ਇਹ ਕੁਝ ਐਸਾ ਨਾ ਕਰਨ। हाँ, लेकिन यहाँ पे मेरा एक और सवाल ये भी है कि अब जैसे आपने सारे एग्जांपल्स आपने दिए, आईएएस ऑफिसर्स एसोसिएशन भी, हालांकि डायरेक्टली नहीं लेकिन फिर भी उनको एतराज़ नहीं मिले जाके बाकायदा मुख्यमंत्री नाल मिले, उन्होंने एतराज़ किया। हाँ, पीसीएस वालों का आपने बताया, अब ये पटवारी और कानूनगो का यूनियन भी आ गया है, ऐसे और शायद कितने होंगे पता नहीं। लेकिन क्या नौकरशाही के खिलाफ जंग छेड़ के क्या आप अपनी सरकार बहुत लंबे टाइम तक बिना हर्डल्स के आप चला पाएंगे? ये मेरा एक सवाल है, क्योंकि जो मुझे दिख रहा है कि जब से आए हैं भगवंत मान साहब कोई ना कोई कंट्रोवर्सी होता ही रहता है। या तो अपने ऑफिसर्स के बारे में बात कर रहे हैं या फिर जो है किसी और के बारे में, ऑपोजिशन के बारे में बात कर रहे हैं, तो कोई ऐसा एक बड़ा स्मूथ टेन्योर नहीं रहा है अब तक का भगवंत मान साहब का। तो ऐसे अगर अलग अलग आप गुटों के साथ आप लड़ाई करते रहेंगे तो ओवरऑल ब्यूरोक्रेसी में, और मुझे ये भी सवाल पूछना था आपसे कि क्या आपको लगता है कि इस मामले में ब्यूरोक्रेसी यूनाइटेड है? कि हालांकि ओपनली नहीं कैसे कहेंगे लेकिन कुछ तो मैसेजिंग गया होगा कि भाई चलो हम तुम्हारे साथ हैं, हम देख लेंगे इस टाइप का कुछ जो, और बिना ब्यूरोक्रेसी के मदद के आप एक्चुअल में देश तो वही चलाते हैं, बिल्कुल, और स्टेट भी वही चला रहे हैं। तो क्या इससे भगवंत मान साहब का, चलिए अभी तो पब्लिक ओपिनियन उनके साथ है, उन्होंने अपने ब्राउनी पॉइंट्स अपने बना लिए, लेकिन लॉन्ग टर्म में अगर आप देखिएगा हर लेवल पे अगर आपके साथ ऐसे आपके मुखालिफ हर जगह हर महकमे में खड़े हो रहे हैं तो आपके लिए सरकार चलाना बड़ा मुश्किल हो जाएगा। तो एक जो कॉम्प्रोमाइज़ होता है ना, जो एक इंडियन गवर्नमेंट में किसी भी स्टेट में हो, एक वो मंत्रा होता है, तो वो उसमें वो जा ही नहीं चाह रहे। वो हर चीज़ जो है टेलीविजन में देंगे, स्टेटमेंट देंगे, या फिर जो है अपने पब्लिक को अपीज़ करने के लिए बोलेंगे। क्या वो रियल वर्ल्ड सिचुएशन से हट गए हैं? क्या आपको लग रहा है जो आपने इतना देखा है टेन्योर? नहीं मैं वो ਤੁਸੀਂ ਕਹਿ ਸਕਦੇ ਹੋ ਕਿ ਇਟ ਇਜ਼ ਅ ਸਲਾਈਟਲੀ ਅਨਕਨਵੈਨਸ਼ਨਲ ਵੇ ਆਫ ਗੋਇੰਗ ਅਬਾਊਟ ਡੂਇੰਗ ਯੋਰ ਜੌਬ। it's what you call ਇੱਕ ਗੈਰ ਰਵਾਇਤੀ ਤਰੀਕਾ ਹੈ ਕੰਮ ਕਰਨ ਦਾ, which might not be a great way of doing the things, ਠੀਕ ਹੈ ਨਾ। ਬਟ ਇਸ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਆਈਆਂ ਲੋਕਾਂ ਨੇ ਦੇਖਿਆ, ਐਂਡ that is the reason why they have been brought to power। ਲੋਕ ਦੁਖੀ ਹੋ ਕੇ ਇਹਨਾਂ ਨੂੰ ਐਵੇਂ ਨਹੀਂ 92 ਐਮਐਲਏ ਜਿਤਾ ਕੇ ਪੰਜਾਬ ਦੀ ਹਿਸਟਰੀ ਦੇ ਵਿੱਚ ਰਿਕਾਰਡ ਤੋੜ ਇਹਨਾਂ ਨੂੰ ਜਿੱਤ ਦਿੱਤੀ ਗਈ। And why? Because people were not ready to brook all the incompetent people who were there। उन्होंने कुछ नहीं किया पंजाब लिए, नहीं कर पाए। पंजाब ने एक अजिहे स्टेज ते लैके खड़ा करता। मैं नहीं कह रहा कि ये भी बहुत कुछ कर पा रहे ने, लेकिन जिन्ना कुछ करना चाह रहे ने, जिस लेवल ते एक मैसेजिंग देन दे विच ही इज़ ट्राइंग टू डू हिज बेस्ट, मतलब उस लेवल के उत्ते मैसेज। मैं देखो करप्शन के खिलाफ मैं नहीं कहता कि बहुत कुछ कर रहे हैं, लेकिन इस तरीके की मुहिम जी छेड़ी जाती है, अदरवाइज देयर इज नो एंड टू इट। ब्यूरोक्रेसी इज वेरी वेल यूनाइटेड, कंसोलीडेट करके अपने हितों की राखी लिए सारे इकट्ठे ने। जी तुसीं गल कीती ना, इकट्ठे दिख नहीं सकते हो इकट्ठे, लेकिन अल्टीमेट शक्ति जी है ना डेमोक्रेसी दे विच, वो लोकां दी शक्ति है। पावर दे विच जिहड़ा मुख्यमंत्री होएगा, जिन्होंने लोगों ने चुन के भेजा है ना, ही इज़ द किंग। जे ब्यूरोक्रेसी अज ये सोच ले भी नहीं असी कर लांगे अपनी मर्जी नाल, नहीं हो सकती। वो ठीक है, तुसी सिस्टम का पट्ठा बटा सकते हो, तुसी चीफ मिनिस्टर नूं सरकार नूं डिसक्रैडिट करवा सकते हो, तुसी इस डिसकंटेंट नूं फ्यूल करा सकते हो, हेठले पद्धर ते ਉਂਗਲਾਂ ਲਾ ਲਓ के अफसरां नूं ਚੱਕ ਸਕਦੇ हो भी तुसी उधर स्ट्राइक करो, जिथे तुहानूं मौका मिलेगा तुसी करन दी कोशिश करोगे। अज बहुत ऑफिसर्स त्रस्त होणगे ब्यूरोक्रेसी दे विच, पुलिस दे विच हैगे ने, लोग दुखी हैगे ने, पॉलिटिशियन जिवें अपोजिशन पार्टियां दुखी ने, उवें ब्यूरोक्रेसी भी दुखी है, क्योंकि शायद उन्ना खान नूं नहीं मिल रहा, या कह लो कि उस तरीके की गलबात पहला वर्गी नहीं रही है, ठीक है ना। सरकार भावें दिखावे नूं ही कर रही है, लेकिन करता रही है ना। हुण जो दिखावे लिए भी असीं कहते सी ईमानदार हो गए तो साडे स्टाफ दे विच कोई करप्शन नहीं करेगा, तो एक मॉरल क्वेश्चन तो खड़ा हो गया ना। उस तो बाद तुहाडी कोई यू डोंट हैव एनी प्रोटैक्शन। सो वो जिहड़ियां चीज़ां ने सब नूं परेशान कर रही ने, लेकिन समबडी हैज़ टू डू इट। मतलब ये अनकन्वेंशनल है, ये कारण मैं वही गल जिहड़ी तुहानूं कही कि लोगों की नज़रिए दे विच, परसैप्शन दे विच तुहाडा सही रहना बड़ा इंपॉर्टेंट है। ਜਿਹੜੇ ਲੋਕਾਂ ਨੇ ਤੁਹਾਨੂੰ ਹਲੇ ਤਾਂ ਡੈਮੋਕ੍ਰੇਸੀ ਹੈ, ਜਮਹੂਰੀਅਤ ਦੇ ਵਿੱਚ ਤੁਸੀਂ ਜੇ ਤਾਕਤ ਰੱਖਦੇ ਹੋ ਫਿਰ ਤੁਸੀਂ ਰਾਜਾ ਹੋ, ਪਰ ਤੁਸੀਂ ਜੋ ਮਰਜ਼ੀ ਕਰ ਲਓ। ਆਪਾਂ ਨੂੰ ਨਰਿੰਦਰ ਮੋਦੀ ਦਾ ਐਗਜ਼ਾਮਪਲ ਸਾਡੇ ਸਾਹਮਣੇ ਹੀ ਹੈ।
ਤੁਹਾਡੇ ਕੋਲ ਜੇ ਬਰੂਟ ਮੈਜੋਰਿਟੀ ਹੋਏ ਤੁਸੀਂ ਕੀ ਨਹੀਂ ਕਰ ਸਕਦੇ, ਠੀਕ ਹੈ ਨਾ। ਤੇ ਜੇ ਤੁਸੀਂ ਲੋਕਾਂ ਦੇ ਫਾਇਦੇ ਦੀ ਗੱਲ ਕਰ ਰਹੇ ਹੋ, ਨਥਿੰਗ ਲਾਈਕ ਦੈਟ, ਫਿਰ ਉਹਦੇ ਲਈ ਜੇ ਅਫਸਰਸ਼ਾਹੀ ਹੁੰਦੀ ਹੈ, ਨਾਰਾਜ਼ ਹੋਵੇ, ਠੀਕ ਹੈ ਨਾ। ਐਂਡ ਇੰਨਾ ਤਾਂ ਕਲੀਅਰ ਹੀ ਹੈ ਕਿ ਸਾਰੀ ਅਫਸਰਸ਼ਾਹੀ ਇਕੱਠੀ ਨਹੀਂ ਹੁੰਦੀ। ਇਸ ਮਾਮਲੇ ਦੇ ਵਿੱਚ ਬਹੁਤ ਸੇ ਅਜਿਹੇ ਵੈਲ ਮੀਨਿੰਗ ਆਫਿਸਰਸ ਈਵਨ ਇਹਨਾਂ ਦੇ ਵਿੱਚੋਂ ਹੋਣਗੇ, ਇਮਾਨਦਾਰ ਲੋਕ ਵੀ ਹੋਣਗੇ ਜਿਹੜੇ ਨਹੀਂ ਕਰਪਸ਼ਨ ਕਰ ਹੀ ਨਹੀਂ ਸਕਦੇ, ਉਹਨਾਂ ਦੇ ਵਿੱਚੋਂ ਕਹਿੰਦੇ ਪੁਰਜੇ ਨਹੀਂ ਲੱਗੇ ਹੋਏ ਵੀ ਕਰਪਸ਼ਨ ਕਰਨ ਵਾਲੇ, ਉਹ ਵੀ ਤਾਂ ਕਹਿੰਦੇ ਹੋਣਗੇ ਵੀ ਯਾਰ ਇਹ ਕਰਪਸ਼ਨਾਂ ਕਰ ਕਰਕੇ ਦੁਨੀਆ ਪਤਾ ਨਹੀਂ ਕਿੱਥੇ ਪਹੁੰਚੀ ਜਾ ਰਹੀ ਹੈ। ਅਗੇਨ ਵੈਨ ਵੀ ਟਾਕ ਅਬਾਊਟ ਆਲ ਦਿਸ, ਇਹਨਾਂ 'ਚ ਬਹੁਤ ਸੇ ਲੋਕ ਅਜਿਹੇ ਪ੍ਰੋਟੈਸਟਰਸ ਐਸੇ ਨੇ ਜਿਹੜੇ ਕਿ ਜੈਨੂਇਨ ਇਮਾਨਦਾਰ ਲੋਕ ਬੈਠੇ ਨੇ, ਠੀਕ ਹੈ, ਇੱਕ ਯੂਨੀਅਨ ਦੇ ਚੱਲਦੇ ਇਕੱਠੇ ਤੁਰਨਾ ਪੈਂਦਾ ਹੈ, ਬਟ ਦੈਟ ਡਜ਼ਨਟ ਮੀਨ ਕਿ ਉਹਨਾਂ ਨੂੰ ਦਿਸ ਨਹੀਂ ਰਿਹਾ ਕਿ ਕਰਪਸ਼ਨ ਕੀ ਹੋ ਰਹੀ ਹੈ। ਮੈਂ ਖੁਦ ਇਸ ਚੀਜ਼ ਦਾ ਐਗਜ਼ਾਮਪਲ ਹੈ, ਮੇਰੇ ਸਾਹਮਣੇ ਅਸੀਂ ਅਫਸਰਾਂ ਨੂੰ ਰਿਸ਼ਵਤ ਮੰਗਦੇ ਹੋਏ ਤਹਿਸੀਲਾਂ ਦੇ ਵਿੱਚ ਦੇਖਿਆ। ਰਾਤ ਇੱਕ ਦਿਨ ਮੈਂ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਮੈਂ ਉੱਥੇ ਆਪਣੇ ਕਿਸੇ ਪ੍ਰੋਪਰਟੀ ਦੇ ਅਸੀਂ ਕੋਈ ਰਜਿਸਟਰੀ ਵਗੈਰਾ ਚੱਲਦੀ ਪਈ ਸੀ, ਮੈਂ ਉੱਥੇ ਖੜਾ ਰਿਹਾ, ਇੱਕ ਮੈਂ ਮਹਿਲਾ ਨੂੰ ਦੇਖਿਆ ਜਿਹੜੀ ਕਿ ਰਾਤ 9 ਵਜੇ ਤੱਕ ਅੜੀ ਰਹੀ, ਤੇ ਮੈਂ ਉਸ ਮਹਿਲਾ ਤੋਂ ਪੁੱਛਿਆ ਵੀ ਮੈਡਮ ਤੁਸੀਂ ਇੰਨੀ ਲੇਟ ਰਾਤ, ਤੁਸੀਂ ਇਮੈਜਿਨ ਕਰੋ ਰਾਤ 9:30 ਵਜੇ ਤੱਕ ਪੰਜਾਬ ਦੇ ਤਹਿਸੀਲਾਂ 'ਚ ਰਜਿਸਟਰੀਆਂ ਹੋ ਰਹੀਆਂ ਨੇ। ਬਤਾਈਏ ਤੇ ਪਤਾ ਤਹਿਸੀਲਦਾਰ ਕਿੰਨੇ ਵਜੇ ਆਇਆ ਸੀਗਾ? 4:30 ਵਜੇ। ਉਹਦੇ ਖਿਲਾਫ ਕਰਪਸ਼ਨ ਦੇ ਕੇਸਿਸ ਕਈ ਰਜਿਸਟਰ ਹੋਏ ਨੇ। 4:30 ਵਜੇ ਜਨਾਬ ਤਹਿਸੀਲਦਾਰ ਤਹਿਸੀਲ 'ਚ ਐਂਟਰ ਕਰਦੇ ਨੇ, ਰਾਤ 9:30 ਵਜੇ ਤੱਕ ਇੱਕ ਲੇਡੀ ਨੂੰ ਖੜਾ ਰੱਖਿਆ ਗਿਆ, ਮੈਂ ਪਰਸਨਲ ਦੇਖਿਆ। ਉਹ ਲੇਡੀ ਨੇ ਸਿਰਫ ਇਹ ਕਹਿਤਾ ਸੀ ਕਿ ਜੀ ਮੈਂ ਕਰਪਸ਼ਨ ਪੈਸੇ ਨਹੀਂ ਦੇਣੇ, ਤੇ ਉਹਨੇ ਨਹੀਂ ਦਿੱਤੇ। ਅਖੀਰ 'ਚ ਕਹਿੰਦਾ ਬੇਸ਼ਰਮ ਹੋ ਕੇ ਉਸ ਤਹਿਸੀਲਦਾਰ ਨੂੰ, ਮੈਨੂੰ ਨਾਂ ਵੀ ਪਤਾ ਹੈ, ਉਹ ਤਾਂ ਹੀ ਇਜ਼ ਸਟਿਲ ਨਾਟ ਦੇਅਰ, ਉਸ ਨੂੰ ਉਹਦੀ ਲੇਡੀ ਦੀ ਰਜਿਸਟਰੀ ਕਰਨੀ ਪਈ। ਤੇ ਜਦੋਂ ਅਸੀਂ ਜਾਣ ਲੱਗੇ ਸੀਗਾ ਜੀ ਹੋ ਗਈ, ਕਹਿੰਦੇ ਜੀ ਹੋ ਗਈ। ਤੇ ਮੈਂ ਕਿਹਾ ਜੀ ਤੁਸੀਂ ਪੈਸੇ ਨਹੀਂ ਦਿੱਤੇ ਇਹਨਾਂ ਨੂੰ, ਬਸ ਇੰਨੀ ਕੁ ਗੱਲ ਹੀ ਸੀਗੀ। ਉਹ ਕਹਿੰਦੇ ਜੀ ਕਿਸ ਚੀਜ਼ ਦੇ ਦੇਣੇ, ਮੈਂ ਆਪਣੀ ਇਮਾਨਦਾਰੀ ਹੱਕ ਦੀ ਕਮਾਈ ਮੈਂ ਕਿਉਂ ਦੇਵਾਂ। 9 ਵਜੇ ਜਾ ਕੇ ਰਜਿਸਟਰੀ ਹੋਈ। ਇਹ ਹਾਲ ਹੈ ਤਹਿਸੀਲਾਂ ਦੇ, ਇਹ ਸੀਗੇ ਹੁਣ ਵੀ ਹੈਗੇ ਨੇ। ਸੋ ਉਹ ਲੋਕ ਜੇ ਕਰਪਸ਼ਨ ਦੇ ਵਿੱਚ ਆ ਗਏ ਨੇ ਸਾਹਮਣੇ, ਉਹ ਲੋਕ ਜਿਹੜੇ ਕਰਪਸ਼ਨ ਕਰ ਰਹੇ ਨੇ, ਜੇ ਅੱਜ ਯੂਨੀਅਨਾਈਜ਼ਡ ਹੋ ਕੇ ਤੁਸੀਂ ਸਰਕਾਰ ਨੂੰ ਝੁਕਾਉਣਾ, ਦੇਖੋ ਪੋਲੀਟਿਕਸ ਨੂੰ ਛੱਡ ਦਿਓ, ਮੈਂ ਇਹ ਕਹਿ ਰਿਹਾ ਵੀ ਤੁਸੀਂ ਕਟਿੰਗ ਐਜ ਲੈਵਲ ਤੇ ਜਿੱਥੇ ਲੋਕਾਂ ਦੇ ਨਾਲ ਤੁਹਾਡਾ ਇੰਟਰਫੇਸ ਹੈ, ਉੱਥੇ ਲੋਕ ਤਰਸਤ ਨੇ, ਲੋਕਾਂ ਦੀ ਪਰੇਸ਼ਾਨੀ ਲੋਕਾਂ ਨੂੰ ਪਤਾ ਹੈ। ਹੁਣ ਜਿਹੜਾ ਉਸ ਤਾਰ ਨੂੰ ਛੂ ਰਿਹਾ, ਚੀਫ ਮਿਨਿਸਟਰ ਨੇ ਉਸ ਤਾਰ ਨੂੰ ਟੱਚ ਕੀਤਾ, ਸੋ ਹੀ ਇਜ਼ ਰਾਈਟ, ਹੀ ਨੋਜ਼ ਕਿ ਉਹਨਾਂ ਨੇ ਨਫਸ ਨੂੰ ਟੱਚ ਕੀਤਾ ਹੈ। ਜਿਹੜਾ ਲੋਕ ਹੋਰ ਸੋਚ ਰਹੇ ਨੇ ਵੀ ਨਹੀਂ ਯੂਨੀਅਨ ਹੋਏਗੀ, ਪ੍ਰੈਸ਼ਰ ਹੋਏਗਾ, ਠੀਕ ਹੈ, ਸਰਕਾਰਾਂ ਗਿਰ ਵੀ ਸਕਦੀਆਂ ਨੇ ਤੇ ਦੁਬਾਰਾ ਬਣ ਵੀ ਸਕਦੀਆਂ ਨੇ। ਇਹ ਚੀਜ਼ ਆਪਾਂ ਪਹਿਲਾਂ ਦੇਖੀਏ ਕਿ ਜਦੋਂ ਤੁਸੀਂ ਇੱਕ ਅਜਿਹੇ ਸੈਂਟੀਮੈਂਟ ਉੱਤੇ ਆਪਣੀ ਸਰਕਾਰ ਗਿਰਵਾ ਵੀ ਦਿਓ, ਮੰਨ ਲਓ, ਮੈਂ ਐਗਜ਼ਾਮਪਲ ਦੇ ਰਿਹਾ, ਹਾਲਾਂਕਿ ਇਹ ਤਾਂ ਬਹੁਤ ਦੂਰ ਦੀ ਸਥਿਤੀ ਹੈ, ਲੇਕਿਨ ਅਜਿਹੀ ਸਥਿਤੀਆਂ ਦੇ ਵਿੱਚ ਕੋਈ ਅਜਿਹੀ ਕੱਲ੍ਹ ਨੂੰ ਕਾਰਨ ਬਣ ਜਾਂਦੇ ਨੇ ਜਿਹਦੇ ਕਾਰਨ ਤੁਹਾਡੀ ਸਰਕਾਰ ਇੰਨੀ ਕੁ ਡਿਸਕ੍ਰੈਡਿਟ ਹੋ ਜਾਏ ਵੀ ਤੁਹਾਨੂੰ ਪੋਲੀਟੀਕਲੀ ਨੁਕਸਾਨ ਹੋ ਜਾਏ ਉਸਦਾ। ਇਹ ਤਾਂ ਚਲੋ 92 MLA ਲੈ ਕੇ ਬੈਠੇ ਨੇ, ਕੱਲ੍ਹ ਨੂੰ ਇਹਨਾਂ ਕੋਲ ਘੱਟ ਵਿਧਾਇਕ ਵੀ ਹੋ ਸਕਦੇ ਸੀ, ਲੇਕਿਨ ਜੇ ਅਜਿਹੇ ਪੁਆਇੰਟ ਦੇ ਉੱਤੇ ਕੋਈ ਸਰਕਾਰ ਨੂੰ ਨੁਕਸਾਨ ਝੱਲਣਾ ਪੈ ਵੀ ਜਾਏ ਪੋਲੀਟੀਕਲੀ, ਅਗਲੇ ਇਲੈਕਸ਼ਨ ਲਈ ਉਹਨਾਂ ਨੇ ਆਪਣਾ ਹੋਰ ਬੇਸ ਮਜ਼ਬੂਤ ਕਰ ਲਿਆ। ਸੋ ਇਹ ਛੋਟੀ ਛੋਟੀ ਚੀਜ਼ਾਂ ਬਹੁਤ ਅੱਗੇ ਜਾਂਦੀਆਂ ਨੇ। ਆਈ ਥਿੰਕ ਥੀਸ ਗੋ ਅ ਲੌਂਗ ਵੇ। ਸੋ ਆਈ ਡੋਂਟ ਨੋ ਭਗਵੰਤ ਮਾਨ, ਦੂਜਾ ਵਿਸ਼ਾ ਇਹ ਹੈ ਕਿ ਉਹਨਾਂ ਨੂੰ ਆਪਣੀ ਲੀਡਰਸ਼ਿਪ ਤੋਂ ਕਿੰਨੀ ਸਪੋਰਟ ਮਿਲਦੀ ਹੈ। ਬਿਊਰੋਕ੍ਰੇਸੀ ਨੂੰ ਵੀ ਸਮਝਣਾ ਤਾਂ ਪੈਣਾ, ਚੀਜ਼ਾਂ ਨੂੰ ਸਮਝ ਆਉਣਾ ਪੈਣਾ, ਕਿਉਂਕਿ ਅੱਜ ਬਹੁਤ ਵੱਡਾ ਇੱਕ ਤਬਕਾ ਹੈ ਜੋ ਕਿ ਮਤਲਬ ਇਸ ਵਾਸਤੇ ਵੀ ਦੇਖ ਰਿਹਾ ਕਿ ਸਰਕਾਰ ਫੇਲ ਹੋਵੇ, ਕਿਉਂਕਿ डिस्क्रेडिट भी किया जाता है कि सरकार के गल। हाँ, मेरा यही सवाल था एक्चुअली, आपके लिए, मतलब मैंने भी सुना है कि क्योंकि इतना ज़्यादा रजिस्ट्री में पैसा खिलाना पड़ता है कि वकील जो काम कराते हैं वो अपने फीस में ही अब वो 2000 रुपये एक्स्ट्रा मांगने लगे हैं कि भाई हमें जो है मिठाई वगैरह खिलाना है। तो यही है सिस्टमिक करप्शन, तो यही होता है कि हर लेवल जो है उसमें इन्वॉल्व हो जाता है। लोगों को लगता है कि भी अपना काम तो बनेगा नहीं। तो मैं एक छोटा सा एग्जांपल देना सर करप्शन का। करप्शन मैं तुहानूं दसदा, जिहड़ा मैं एग्जांपल दिता, मैं उन्होंने जिहड़े एग्जांपल दिता रील एग्जांपल है। ਤੁਸੀਂ ਮਕਾਨ ਦਾ ਨਕਸ਼ਾ ਜਾਂ ਕਿਸੇ ਦੁਕਾਨ ਦਾ ਨਕਸ਼ਾ ਪੰਜਾਬ ਦੇ ਵਿੱਚ ਪਾਸ ਕਰਾਉਣਾ ਹੈ, ਅਕਾਲੀ ਦਲ ਦੀ ਸਰਕਾਰ ਨੇ ਗਵਰਨੈਂਸ ਰਿਫਾਰਮਸ ਕਮਿਸ਼ਨ ਬਿਠਾਇਆ, ਇੱਕ ਰਾਈਟ ਟੂ ਇਨਫੋਰਮੇਸ਼ਨ, ਰਾਈਟ ਟੂ ਸਰਵਿਸ ਐਕਟ ਲੈ ਕੇ ਆਏ। ਬਹੁਤ ਫੈਨਫੇਅਰ ਦੇ ਨਾਲ ਇਹਨਾਂ ਨੇ ਕਿਹਾ ਜੀ ਅਸੀਂ ਇਹ ਸਰਵਿਸਿਜ਼ ਨੂੰ ਲਾਲ ਫੀਤਾਸ਼ਾਹੀ ਤੋਂ, ਰੈਡ ਟੇਪਿਜ਼ਮ ਤੋਂ ਮੁਕਤ ਕਰਤਾ। ਉਹਦੇ 'ਚ ਇੱਕ ਸਟੈਪ ਇਹ ਸੀ ਕਿ ਜਿਹੜਾ ਤੁਸੀਂ ਨਕਸ਼ਾ ਘਰ ਦਾ ਪਾਸ ਕਰਾਉਣਾ ਹੈ ਨਾ, ਉਹ ਤੁਸੀਂ ਹੁਣ ਪੂਡਾ ਜਾਂ ਗਮਾਡਾ ਅਥਾਰਟੀਜ਼ ਤੋਂ ਨਹੀਂ, ਉਹ ਜਿਹੜਾ ਡਿਪਾਰਟਮੈਂਟ ਤੋਂ ਨਹੀਂ, ਬਲਕਿ ਉਹ ਹੁਣ ਆਰਕੀਟੈਕਟ ਸੀ, ਜਿਹੜਾ ਆਰਕੀਟੈਕਟ ਹੈਗਾ ਨਾ ਗਵਰਨਮੈਂਟ ਦੇ ਪੈਨਲ ਦੇ ਉੱਤੇ ਕੋਈ ਆਰਕੀਟੈਕਟਸ ਹੋਣਗੇ, ਉਹੀ ਤੁਹਾਨੂੰ ਨਕਸ਼ਾ ਪਾਸ ਕਰ ਦੇਣਗੇ। ਸੋ ਸੁਖਬੀਰ ਬਾਦਲ ਹੂ ਵਾਜ਼ ਦਾ ਆਰਕੀਟੈਕਟ ਆਫ ਸੋ ਕਾਲਡ ਗਵਰਨੈਂਸ ਰਿਫਾਰਮਸ ਐਂਡ ਹਿਜ਼ ਚੇਅਰਮੈਨ ਸਾਡੇ ਬੜੇ ਸਤਿਕਾਰਯੋਗ ਹੈਗੇ ਨੇ ਡਾਕਟਰ ਪ੍ਰਮੋਦ ਕੁਮਾਰ, ਉਹ ਬੜੇ ਖੁਸ਼ ਹਨ। ਅਸੀਂ ਉਹਨਾਂ ਸਮਾਂ 'ਚ ਮੈਂ ਕਿਹਾ ਜੀ ਬੜਾ ਵਧੀਆ ਕਦਮ, ਅਸੀਂ ਬਹੁਤ ਮਤਲਬ ਗੱਲਾਂ ਕਰਦੇ ਸੀ, ਨਹੀਂ ਅੱਛਾ ਹੈ ਸਟੈਪ ਹੈ। ਫਾਈਨਲੀ ਜਦੋਂ ਮੈਂ ਆਪਣੇ ਮਕਾਨ ਦਾ ਨਕਸ਼ਾ ਮੈਨੂੰ ਪਾਸ ਕਰਾਉਣ ਦਾ ਕਈ ਸਾਲਾਂ ਬਾਅਦ ਮੌਕਾ ਮਿਲਿਆ, ਜਾਂ ਜਦੋਂ ਅਜਿਹਾ ਸਬਬ ਬਣਿਆ, ਦੈਨ ਮੇਰੇ ਤੋਂ 5 ਜਾਂ 6000 ਰੁਪਏ ਐਕਸਟਰਾ ਮੰਗਿਆ ਗਿਆ ਫਰੋਮ ਦਾ ਆਰਕੀਟੈਕਟ ਹੂਜ਼ ਅ ਪ੍ਰਾਈਵੇਟ ਆਰਕੀਟੈਕਟ। ਮੈਂ ਇਹਨੂੰ ਕਿਹਾ ਜੀ, ਮੈਂ ਕਿਹਾ ਤੁਸੀਂ ਨਕਸ਼ਾ ਪਾਸ ਕਰਨਾ, ਕਹਿੰਦਾ ਜੀ ਉੱਤੇ ਫੀਸ ਤਾਂ ਦੇਣੀ ਹੈ, ਰਿਸ਼ਵਤ ਦੇਣੀ ਹੈ। ਇਮੈਜਿਨ ਹੋਇਆ ਕਿ ਜਿਹੜੀ ਰਿਸ਼ਵਤ ਸਿੱਧੀ ਗਮਾਡਾ ਜਾਂ ਪੂਡਾ ਦੇ ਅਫਸਰਾਂ ਨੂੰ ਜਾਣੀ ਹੁੰਦੀ ਸੀ, ਉਹਦੇ ਵਿੱਚ ਇੱਕ ਹੋਰ ਭਾਗੀਦਾਰ ਆ ਗਿਆ, ਵਿਚ ਵਾਸ ਦਾ ਆਰਕੀਟੈਕਟ।
ਇਹ ਗਵਰਨੈਂਸ ਰਿਫਾਰਮਸ ਦਾ ਹਾਲ ਸੀ। ਇਹ ਉਹ ਅਫਸਰਸ਼ਾਹੀ ਹੈ ਆ ਜਿਹੜੇ ਹੈ ਨਾ, ਮਤਲਬ ਉਹ ਦਿਸ ਇਜ਼ ਵਾਟ ਦਿਸ ਬਿਊਰੋਕ੍ਰੇਸੀ ਇਜ਼। ਯੂ نو ਜਿੱਥੇ 5000 ਰਿਸ਼ਵਤ ਨਾਲ ਪਹਿਲਾਂ ਕੰਮ ਹੁੰਦਾ ਸੀ ਉੱਥੇ 10000 ਹੋ ਗਿਆ, ਕਿਉਂਕਿ ਆਰਕੀਟੈਕਟ ਜਿਹੜਾ ਉਹ ਇੱਕ ਹੋਰ ਮਠਾਧੀਸ਼ ਠੇਕੇਦਾਰ ਤੁਸੀਂ ਵਿੱਚ ਕ੍ਰੀਏਟ ਕਰ ਲਿਆ। ਹੁਣ ਉੱਤੇ ਤਾਂ ਜਿਹੜੀ ਗੱਲਾਂ ਕਰਨ ਵਾਲੇ ਪਾਲਿਸੀ ਨੀਤੀ ਘਾੜੇ ਤਾਂ ਜੀ ਇਹ ਦੇਖੋ ਜੀ ਅਸੀਂ ਤਾਂ ਪ੍ਰਾਈਵੇਟ ਆਰਕੀਟੈਕਟ ਦੇ ਹੱਥ 'ਚ ਦੇ ਦਿੱਤਾ ਨਕਸ਼ਾ ਪਾਸ ਕਰਾਉਣਾ। ਇਹ ਨਹੀਂ ਪਤਾ ਕਿ ਆਰਕੀਟੈਕਟ ਕਹਿੰਦਾ ਜੀ ਅੱਗੇ ਫਿਰ ਅੱਗੇ ਕਿਹਨੇ ਪਾਸ ਕਰਾਉਣਾ ਹੈ, ਮੈਨੂੰ ਅੱਗੇ ਪੈਸਾ ਚੜਾਉਣੇ ਪੈਣੇ ਹੈ, ਉਹ ਪੈਸਾ ਜਾਂ ਵੱਧ ਹੋ ਗਈ ਕਰਪਸ਼ਨ। ਇਹ ਤਾਂ ਉਹ ਮਤਲਬ ਇਹ ਐਨੀ ਕਹਿੰਦੇ ਵੀ ਇੱਕ ਕੁੱਤੇ ਦੀ ਦੁਮ ਜਿਹੜੀ ਹੁੰਦੀ ਹੈ ਨਾ ਉਹ ਐਡੀ ਟੇਢੀ ਹੈਗੀ, ਉਹ ਸਿੱਧੀ ਨਹੀਂ ਹੋ ਸਕਦੀ। ਤੇ ਉਹਦੇ ਲਈ ਫਿਰ ਦੈਟ ਇਜ਼ ਵਾਈ ਯੂ ਹੈਵ ਟੂ ਗੋ ਵਿਦ ਸਮ ਅਨਕਨਵੈਨਸ਼ਨਲ ਸਟੈਪਸ। ਤੇ ਜੇ ਉਹ ਕਰਨ ਦੀ ਕੋਸ਼ਿਸ਼ ਕਰ, ਆਈ ਡੋਨਟ ਨੋ ਕਿੰਨੇ ਸਕਸੈਸਫੁਲ ਹੋਣਗੇ ਨਹੀਂ ਹੋਣਗੇ, ਲੇਕਿਨ ਮੈਂ ਜਦੋਂ ਵੀ ਇਸ ਤਰੀਕੇ ਦੀ ਚਰਚਾ ਦੇ ਵਿੱਚ ਪੈਣਾ ਮੈਨੂੰ ਕਿਹਾ ਸਮਬਡੀ ਹੈਜ਼ ਟੂ ਡੂ ਇਟ। ਕਿਸੇ ਨਾ ਕਿਸੇ ਨੂੰ ਤਾਂ ਯੂ ਹੈਵ ਟੂ ਪੁੱਟ ਯੋਰ ਸਟੈਪ ਡਾਊਨ, ਕਿਉਂਕਿ ਜਿਹੜੀ ਸਰਕਾਰ ਮਜ਼ਬੂਤ ਹੈ, ਜਿਹਨੂੰ ਆਪਣੀ ਰਾਜਨੀਤਿਕ ਤੌਰ ਦੇ ਉੱਤੇ ਨਿਰਭਰਤਾ ਕਿਸੇ ਤੇ ਨਹੀਂ ਹੈ, ਦੇ ਡੋਂਟ ਹੈਵ ਐਨੀ ਡਿਪੈਂਡੈਂਸ ਵੀ ਸਾਨੂੰ ਇਸ ਪਾਰਟੀ ਦਾ ਸਹਿਯੋਗ ਚਾਹੀਦਾ, ਉਸ ਪਾਰਟੀ ਦਾ ਸਹਿਯੋਗ ਚਾਹੀਦਾ, ਦੇ ਆਰ ਇਨ ਅ ਬੈਸਟ ਪੋਜੀਸ਼ਨ। ਤੇ ਇਸ ਵਕਤ ਇਹਨਾਂ ਦੀ ਸਰਕਾਰ ਲਈ ਸਖਤ ਫੈਸਲੇ ਲੈਣ ਦਾ ਸਹੀ ਸਮਾਂ ਹੈ। ਆਹਿਸਤਾ ਆਹਿਸਤਾ ਘਟਨਾਵਾਂ ਹੋ ਰਹੀਆਂ ਨੇ, ਹੋ ਸਕਦਾ 2-3 ਸਾਲ ਬਾਅਦ ਸਰਕਾਰ ਬੜੀ ਵੀਕ ਹੋ ਚੁੱਕੀ ਹੋਵੇ, ਉਸ ਵਕਤ ਫਿਰ ਕਿਹੜੇ ਫੈਸਲੇ ਲੈਣੇ? ਅੱਜ ਤੁਸੀਂ ਲੈ ਲਓ, ਠੀਕ ਹੈ, ਜੇ ਕੋਈ ਚੰਗੇ ਅੱਜ ਫੈਸਲੇ ਲਏ ਹੋਣਗੇ, ਅੱਜ ਮਾਰਕ ਮਾਈ ਵਰਡਸ, ਇਹਨਾਂ ਨੇ ਕੋਈ ਚੱਜ ਦੇ ਫੈਸਲੇ ਹੁਣ ਲੈ ਰਹੇ ਨੇ ਜੋ ਪਿਛਲੇ 1.5-2 ਸਾਲਾਂ 'ਚ ਲਏ ਨੇ ਜਾਂ ਹੁਣ ਅੱਗੇ ਲੈਣਗੇ, ਉਹਨਾਂ ਨੇ ਇਹਨਾਂ ਨੂੰ ਅਗਲੇ 5 ਸਾਲ 2027 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਬੜਾ ਫਾਇਦਾ ਦੇਣਾ ਹੈ। ਅੱਛਾ, because once you reach near that point you will not be able to ਤੁਹਾਡੀ ਵੈਸੇ ਲੋਕ ਨਾ ਸ਼ੁਕਰੇ ਨੇ, ਤੁਸੀਂ ਚੰਗਾ ਕੰਮ ਵੀ ਕਰੋਗੇ, ਲੋਕਾਂ ਨੇ 5 ਸਾਲ ਬਾਅਦ ਤੁਹਾਡੇ ਤੋਂ ਵੈਸੇ ਤੁਹਾਡੀ ਸ਼ਕਲਾਂ ਪਸੰਦ ਨਹੀਂ ਆਉਂਦੀਆਂ, ਲੋਕਾਂ ਨੇ ਕਹਿੰਦੇ ਸ਼ਕਲ ਪਸੰਦ ਨਹੀਂ, ਬਦਲ ਕੇ ਮਾਰੋ। ਇਹ ਦਿਸ ਇਜ਼ ਵਾਟ ਦਾ ਪੋਲਿਟਿਕਸ ਇਜ਼ ਆਲ ਅਬਾਊਟ, ਠੀਕ ਹੈ ਨਾ। ਇੱਕ ਪੰਜਾਬ ਦੇ ਵਿੱਚ ਹੋ ਰਿਹਾ, ਹਰ 5 ਸਾਲ ਬਾਅਦ ਬਦਲ ਦਿੰਦੇ ਨੇ। ਸੋ ਉਸ ਲੈਵਲ ਤੇ ਤਾਂ ਤੁਸੀਂ ਕੁਝ ਕਰਨ ਜੋਗੇ ਰਹਿੰਦੇ ਨਹੀਂ, ਤੁਹਾਡਾ ਆਪਣਾ ਮਨੋਬਲ ਵੀ ਡਿੱਗ ਚੁੱਕਿਆ ਹੁੰਦਾ। ਸੋ ਜਿਹੜੇ ਸਖਤ ਫੈਸਲੇ ਲੋਕਾਂ ਦੇ ਹਿੱਤ ਵਿੱਚ ਲੈ ਸਕਦੇ ਹੋ, ਜਿਹੜੀ ਪੋਜੀਸ਼ਨਾਂ ਲੈਣੀਆਂ ਤੁਸੀਂ ਦੱਬ ਕੇ ਲਓ। ਸਟਾਰਟਿੰਗ ਦੇ 2-3 ਸਾਲਾਂ 'ਚ ਹੀ ਲੈਣ ਦਾ ਸਮਾਂ ਹੁੰਦਾ, ਉਸ ਤੋਂ ਬਾਅਦ ਪੋਲਿਟਿਕਸ ਤੁਹਾਨੂੰ ਲਾਇਓ ਨਹੀਂ ਕਰਦੇ, ਉਸ ਤੋਂ ਬਾਅਦ ਤਾਂ ਗਿਰਾਵਟ ਹੀ ਹੁੰਦੀ ਹੈ। ਸੋ ਆਈ ਥਿੰਕ ਜੇ ਭਗਵੰਤ ਮਾਨ ਕੋਸ਼ਿਸ਼ ਕਰ ਰਹੇ ਨੇ, ਆਈ ਥਿੰਕ ਆਈ ਐਪਰੀਸ਼ੀਏਟ ਦੈਟ ਪਰਸਨਲੀ, ਦੋ ਆਈ ਡੋਂਟ ਵਾਂਟ ਟੂ ਬੀ ਬਾਇਸਡ ਇਨ ਫੇਵਰ ਆਫ ਅ ਪਰਟੀਕੁਲਰ ਚੀਫ ਮਿਨਿਸਟਰ। ਆਪਾਂ ਹਰ ਚੌਥੇ ਦਿਨ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ ਤਾਂ ਭਗਵੰਤ ਮਾਨ ਨੂੰ ਬਹੁਤ ਮਾੜਾ ਚੰਗਾ ਕਹੀਦਾ ਹੈ, ਬਟ ਇਸ ਕੇਸ ਦੇ ਵਿੱਚ ਆਈ ਫੀਲ ਕਿ ਚੀਫ ਮਿਨਿਸਟਰ ਥੋੜਾ ਜਿਹਾ ਸਹੀ ਪੋਜੀਸ਼ਨ ਲੈ ਰਹੇ ਨੇ। ਠੀਕ ਹੈ, ਉਹਨਾਂ ਦੇ ਕਹਿਣ ਦਾ ਅੰਦਾਜ਼ ਜਾਂ ਮੈਸੇਜ ਦੇਣ ਦਾ ਅੰਦਾਜ਼ ਦੇ ਵਿੱਚ ਕਮੀਆਂ ਉਨੀ ਕੀ ਹੋ ਸਕਦੀ है। मेरा आखिरी सवाल यहाँ पे, और वो भगवंत मान साहब की पर्सनालिटी से ताल्लुक़ रखता है कि शुरू से ही जब से ये आए हैं पावर में, इनके बारे में बहुत से मीम्स बनते हैं, इनके पुराने शोज़ के क्लिप्स सर्कुलेट होते हैं, आई एम श्योर उनको मालूम होगा। और उन्होंने खुद भी जो काम किए, जैसे नहर से उठा के पानी पी लिया, उसके बाद स्टमक इन्फेक्शन हो गया, ऑफिस में उन्होंने शादी भी की, उस पर भी बहुत लोगों ने पर्सनल कमेंट्स किए। तो भगवंत मान साहब का जो एक इमेज बना है एज चीफ मिनिस्टर, वो बहुत टाइम पे ऐसा लगता है कि वो बड़ा नेगेटिव इमेज है। इतने ज़्यादा मीम्स मैंने किसी चीफ मिनिस्टर के बारे में नहीं देखे हैं जितना कि इनके बारे में देखे हैं। तो ये खुद भी इस चीज़ से वाकिफ़ हैं, तो क्या ऐसे स्टेप्स, ऐसे स्टेटमेंट्स के ज़रिए वो अपना एक इमेज सुधारने की भी कोशिश होती है? क्या आपको लगता है? बिल्कुल, I think the messaging is, posturing is very important. Politics is more about posturing. ਇਹ ਚੀਜ਼ਾਂ ਨੇ, ਅੱਧੀਆਂ ਤਾਂ ਚੀਜ਼ਾਂ ਨੇ ਤਾਂ ਇਹਨਾਂ ਦੇ ਜੈਸਚਰ ਤੇ ਪੋਸਚਰ ਤੇ ਕੰਮ ਕਰ ਦੇਣਾ ਹੈ। ਜਿਹੜਾ ਮੈਸੇਜ ਆ ਰਿਹਾ ਹੁੰਦਾ ਨਾ, ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਭਗਵੰਤ ਮਾਨ ਦੇ ਉੱਤੇ ਜੇ ਮੀਮਸ ਬਣ ਵੀ ਰਹੇ ਨੇ, ਮਤਲਬ ਆਈ ਡੋਂਟ ਨੋ ਭਗਵੰਤ ਮਾਨ ਨੂੰ ਕਿਵੇਂ ਲੈਂਦੇ ਨੇ, ਬਟ ਹੀ ਮਸਟ ਬੀ ਹੈਪੀ। ਉਹ ਕਹਿੰਦਾ ਸਾਰੀ ਉਮਰ ਮੈਂ ਕਾਮੇਡੀ ਕਰਦਾ ਰਿਹਾ ਤੇ ਮੇਰੇ ਤੇ ਜੇ ਮੀਮਸ ਬਣ ਵੀ ਗਏ, ਹਾਊ ਡਜ਼ ਇਟ ਮੈਟਰ? ਰੱਬ ਨੇ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਨਾ, ਤੁਹਾਡੇ ਤੁਸੀਂ ਆਪੋਜੀਸ਼ਨ ਦੇਖੋ ਤਾਂ ਸੀ ਨਾ, ਅੱਜ ਆਪੋਜੀਸ਼ਨ ਸੁਖਬੀਰ ਬਾਦਲ, ਪ੍ਰਤਾਪ ਬਾਜਵਾ ਜਾਂ ਹੋਰ ਜਿੰਨੀ ਵੀ ਲੀਡਰਸ਼ਿਪ ਹੈ, ਇਹ ਸੁਨੀਲ ਜਾਖੜ, ਇਹ ਸਾਰੇ ਉਹ ਲੀਡਰ ਨੇ ਜਿਹੜੇ ਕਿ ਮੁੱਖ ਮੰਤਰੀ ਬਣਨ ਲਈ ਡੈਸਪਰੇਟ ਸੀਗੇ। ਇਹਨਾਂ ਦੀਆਂ ਆਪਣੀਆਂ ਸਰਕਾਰਾਂ, ਸੁਖਬੀਰ ਬਾਦਲ ਤਾਂ ਸਭ ਤੋਂ ਅੱਗੇ ਆਉਂਦੇ ਨੇ, 10 ਸਾਲ ਸਰਕਾਰ ਰਹੇਗੀ, ਪਿਤਾ ਆਲਰੇਡੀ ਉਮਰ ਦਰਾਜ਼ ਸੀ, ਹੀ ਵਾਜ਼ ਇਨਟੂ 80s, ਫਿਰ ਵੀ ਚੀਫ ਮਿਨਿਸਟਰ ਬਣਨ ਦਾ ਮੌਕਾ ਜਦੋਂ ਸੀ ਤਾਂ ਵੀ ਨਹੀਂ ਮਿਲ ਪਾਇਆ। ਤਾਂ ਜਿਹੜੇ ਆਪੋਜੀਸ਼ਨ ਦੇ ਵਿੱਚ ਖੜੇ ਨੇ ਉਹ ਸਾਰੇ ਉਹ ਲੋਕ ਨੇ ਜਿਹੜੇ ਕਿ ਭੁੱਖੇ ਨੇ, ਮਤਲਬ ਉਸ ਚੀਜ਼ ਨੂੰ ਲੈਣ ਦੇ, ਤੇ ਭਗਵੰਤ ਮਾਨ ਨੂੰ ਮਿਲ ਗਈ ਜ਼ਿੰਮੇਵਾਰੀ। ਸੋ ਇਹਨਾਂ ਲਈ ਤਾਂ ਆਈ ਥਿੰਕ ਮਾਰਕਾ ਲੱਗ ਗਿਆ, ਹਿਸਟਰੀ ਦੇ ਵਿੱਚ ਇਹਨਾਂ ਦਾ ਨਾਮ ਦਰਜ ਹੋ ਗਿਆ, ਜਿਵੇਂ ਚਰਨਜੀਤ ਚੰਨੀ ਦਾ ਹੋਇਆ ਫॉर 3 months ਐਂਡ ਹੀ ਵਾਸ ਵਨ ਆਫ ਦ ਮੋਸਟ ਐਂਟਰਟੇਨਿੰਗ ਚੀਫ ਮਿਨਿਸਟਰ। ਸੋ ਕਈ ਵਾਰ ਤਾਂ ਮੈਂ ਖੁਦ ਹੀ ਸੋਚ ਰਿਹਾ ਹੁੰਦਾ ਕਿ ਚਰਨਜੀਤ ਚੰਨੀ ਜਿਹੜੇ ਕਿ ਇੱਕ ਨਾਰਮਲ ਲੀਡਰ ਸੀ, ਉਹਨਾਂ ਨੇ ਆਪਣੇ 3 ਮਹੀਨਿਆਂ 'ਚ ਬਹੁਤ ਐਂਟਰਟੇਨ ਕੀਤਾ, ਲੇਕਿਨ ਇੱਕ ਕਾਮੇਡੀਅਨ ਜਿਹੜੇ ਭਗਵੰਤ ਮਾਨ ਸਾਹਿਬ ਨੇ, ਉਹ ਬੜੇ ਸੀਰੀਅਸ ਹੋ ਕੇ ਚੱਲ ਰਹੇ ਨੇ, ਜਾਂ ਉਹ ਹਮੇਸ਼ਾ ਕੰਟਰੋਵਰਸੀ 'ਚ ਨੇ। ਬਟ ਆਈ ਥਿੰਕ ਇਹ ਮੇਮਸ ਦਾ ਕੋਈ ਫਰਕ ਨਹੀਂ ਪੈਂਦਾ। ਮੁੱਖ ਮੰਤਰੀ ਮਸਟ ਬੀ ਇੰਜੋਇੰਗ ਇਟ, ਵੀ ਸਾਰੀ ਉਮਰ ਕਾਮੇਡੀ ਕੀਤੀ ਹੈ, ਤੇ ਹੁਣ ਜੇ ਅਸਲ ਦੇ ਵਿੱਚ ਸਾਡੀ ਕਾਮੇਡੀ ਹੋ ਰਹੀ ਹੈ ਤਾਂ ਵੀ ਕੋਈ ਨਹੀਂ, ਐਜ਼ ਲੌਂਗ ਐਜ਼ ਯੂ ਆਰ ਡੂਇੰਗ ਟੇਕਿੰਗ ਡਿਸੀਜਨ ਇਨ ਦ ਲਾਰਜਰ ਇੰਟਰਸਟ, ਦ ਪਬਲਿਕ ਇੰਟਰਸਟ।
ਆਈ ਥਿੰਕ ਥਿੰਗਸ ਆਰ ਵੈਲਿਡ ਤੇ ਇਸ ਕੇਸ ਦੇ ਵਿੱਚ ਤਾਂ ਮਤਲਬ ਬੜੀ ਲਾਈਨਾਂ ਕਲੀਅਰ ਖੜੀਆਂ ਨੇ, ਪਰਸੈਪਸ਼ਨ ਦੇ ਵਿੱਚ ਦੀ ਲੜਾਈ ਹੈ। ਤੇ ਕਈ ਵਾਰ ਮੈਨੂੰ ਇਸ ਚੀਜ਼ ਤੇ ਤਕਲੀਫ ਵੀ ਹੁੰਦੀ ਹੈ ਕਿ ਸਾਰੀ ਦੀ ਸਾਰੀ ਗੱਲ ਹੀ ਪਰਸੈਪਸ਼ਨ ਮੈਨੇਜਮੈਂਟ ਦੀ ਹੈ, ਇਸ਼ਤਿਹਾਰਬਾਜ਼ੀ। ਇਹ ਸਰਕਾਰ ਬਹੁਤ ਕੁਝ ਕਰ ਰਹੀ ਹੈ, ਆਪਾਂ ਬਹੁਤ ਨੁਕਤਾਚੀਨੀ ਇਸ ਦੀ ਕਰਦੇ ਵੀ ਹੈ ਵੀ ਇਸ਼ਤਿਹਾਰ ਦੇਣਗੇ ਜੀ, ਮਤਲਬ ਕੀਤਾ ਇੰਨਾ ਕੁ ਹੋਏਗਾ ਦਿਖਾਣਗੇ ਐਡਾ, ਇਹ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਨੇ। ਲੇਕਿਨ ਜਦੋਂ ਇਸ ਤਰੀਕੇ ਦੀ ਕ੍ਰਿਟੀਕਲ ਘੜੀਆਂ ਹੈਗੀਆਂ ਨੇ ਤੇ ਮੈਨੂੰ ਲੱਗਦਾ ਸਰਕਾਰ ਨੂੰ ਜੇ ਕੋਈ ਝੁਕਾਉਣ ਦੀ ਕੋਸ਼ਿਸ਼ ਕਰ ਰਿਹਾ, ਇੱਕ ਪੁਰਾਣੇ ਮਾੜੇ ਕਰਪਸ਼ਨ ਦੇ ਕਲਚਰ ਨੂੰ, ਭ੍ਰਿਸ਼ਟਾਚਾਰ ਦੇ ਇੱਕ ਸੈੱਟ ਜਿਹੜਾ ਇੱਕ ਰਵਾਇਤ ਰਹੀ ਹੈ ਉਸ ਨੂੰ ਕੰਟੀਨਿਊ ਕਰਨ ਦੀ ਜੇ ਕੋਈ ਕੋਸ਼ਿਸ਼ ਕਰਦਾ ਤੇ ਕਹਿੰਦਾ ਵੀ ਸਾਡੇ ਤੇ ਉਂਗਲ ਨਾ ਚੁੱਕੋ, ਸਾਡੇ ਤੇ ਕਾਰਵਾਈਆਂ ਨਾ ਕਰੋ, ਮੈਨੂੰ ਲੱਗਦਾ ਉਹ ਚੀਜ਼ ਬੰਦ ਹੋਣ ਦਾ ਵੈਸੇ ਵੀ ਸਮਾਂ ਸੀ। ਇੱਕ ਮਜ਼ਬੂਤ ਚੀਫ ਮਿਨਿਸਟਰ ਉਸ ਨੂੰ ਬੰਦ ਕਰੇ। ਭਗਵੰਤ ਮਾਨ ਕੀ ਉਹ ਬੰਦੇ ਉਨੀ ਮਜ਼ਬੂਤੀ ਹੈ ਜਾਂ ਨਹੀਂ ਹੈ ਤਾਂ ਪਤਾ ਨਹੀਂ, ਲੇਕਿਨ ਜਨਵਰੀ ਦੇ ਵਿੱਚ ਜੋ ਉਹਨਾਂ ਨੇ ਪੋਜੀਸ਼ਨ ਲਈ, ਅੱਜ ਜੋ ਉਹਨਾਂ ਦਾ ਮੈਸੇਜ ਹੈ, ਘੱਟੋ ਘੱਟ ਲੱਗ ਰਿਹਾ ਕਿ ਇਸ ਮੁੱਦੇ ਦੇ ਉੱਤੇ ਉਹ ਮਤਲਬ ਸਟਰੋਂਗ ਫੁਟਿੰਗ ਤੇ ਹੈਗੇ ਨੇ ਐਂਡ ਉਹਨਾਂ ਨੇ ਸही पोस्चर ਤੇ सही मैसेज भेजता है। बाकी देखते हैं कि होता है। जी, आज की इस चर्चा में जुड़ने के लिए आपका बहुत शुक्रिया रितेश जी। धन्यवाद जी। आप सबका भी बहुत शुक्रिया अपना कीमती वक्त हमें देने के लिए।